ਗੁਰ ਜੈਸਾ ਨਾਹੀਂ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ, ਐਸੇ ਗੁਰ ਕੋ ਬਲ ਬਲ ਜਾਈਐ। ਆਪ ਮੁਕਤ ਮੋਹਿ ਤਾਰੈ। ਜੁਗਹੁ ਜੁਗ ਅਟਲ। ਸਰਵਰੇ ਕਾਇਨਾਤ ਦੇ ਮਾਲਕ ਭਗਤ ਵਛਲ ਕਿਰਪਾ ਨਿਧਾਨ ਜਗਤ ਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਸਤਸੰਗੀ ਜਨੋ, ਅੱਜ ਆਪਾਂ ਸਾਰੇ ਰਲ ਮਿਲ ਕੇ ਸਾਹਿਬੇ ਕਮਾਲ ਸਰਵੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਪ੍ਰਕਾਸ਼ ਪਰਬ ਨੂੰ ਮਨਾ ਰਹੇ ਹਾਂ। ਸੋ ਜਿਤਨੀਆਂ ਵੀ ਸੰਗਤਾਂ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰੂ ਚਰਨਾਂ ਨਾਲ ਜੁੜ ਰਹੀਆਂ ਹਨ, ਮਨੋਬਿਰਤੀਆਂ ਇਕਾਗਰ ਕਰੋ। ਸਾਹਿਬਾਂ ਦੀ ਜੀਵਨ ਕਥਾ ਆਰੰਭ ਕਰਨ ਤੋਂ ਪਹਿਲਾਂ ਸਤਿਗੁਰਾਂ ਨੂੰ ਝੁਕਾਓ ਸੀਸ, ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਇਤਿਹਾਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਸਤਿਗੁਰ ਦਾ ਇਤਿਹਾਸ ਬਹੁਤ ਸਾਰੇ ਪੱਖਾਂ ਤੋਂ ਵਿਚਾਰਨ ਵਾਲਾ ਹੈ, ਕਿਉਂਕਿ ਉਹਨਾਂ ਨੇ ਸਾਢੇ 42 ਸਾਲ ਦੀ ਆਰਜ਼ਾ ਦੇ ਵਿੱਚ ਬਹੁਤ ਵੱਡੇ ਕਾਰਜ ਮੇਰੇ ਸਤਿਗੁਰ ਨੇ, ਗਰੀਬ ਨਿਵਾਜ ਪਾਤਸ਼ਾਹ ਨੇ ਕੀਤੇ ਨੇ। ਔਰ ਇਹ ਗੱਲ ਚੰਗੀ ਤਰ੍ਹਾਂ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਨਾਨਕ ਦਾ ਜੋ ਪੰਥ ਹੈ ਉਹ ਨਿਰਾਲਾ ਪੰਥ ਹੈ। ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਕੋਈ ਫਰਕ ਨਹੀਂ। ਇਸ ਤਰ੍ਹਾਂ ਕਹਿ ਲਈਏ ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਹੈ ਔਰ ਗੁਰੂ ਗੋਬਿੰਦ ਹੀ ਗੁਰੂ ਨਾਨਕ ਹੈ। ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਖਿੱਚ ਧੋ ਕੇ ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਆਮਦ ਹੋਈ ਸੀ ਔਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਮਿਸ਼ਨ ਨੂੰ, ਆਪਣੀ ਵਿਚਾਰਧਾਰਾ ਨੂੰ ਮਨੁੱਖਤਾ ਦੇ ਸਾਹਮਣੇ ਪੇਸ਼ ਕੀਤਾ, ਸਾਹਮਣੇ ਰੱਖਿਆ ਸੀ। ਪਿਆਰ ਵਾਲਿਓ, ਸੱਚ ਜਾਣਨਾ ਉਸ ਵੇਲੇ ਤੋਂ ਲੋਕ ਇਸ ਪੰਥ ਦੇ ਵਿੱਚ ਰਲਾ ਕਰਨ ਦਾ ਯਤਨ ਕਰ ਰਹੇ ਹਨ। ਕੋਈ ਕਹਿੰਦਾ ਹੈ ਇਹ ਪੰਥ ਸਾਡੀ ਰਾਖੀ ਕਰਨ ਵਾਸਤੇ ਬਣਿਆ,
ਕੋਈ ਕਿਸੇ ਹੋਰ ਤਰੀਕੇ ਦੇ ਨਾਲ ਇਸ ਪੰਥ ਨੂੰ ਆਪਣੇ ਨਾਲ ਜੋੜ ਕੇ ਆਪਣੇ ਵਿੱਚ ਮਿਲੋ-ਗੋਬਾ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਅੱਜ ਵੀ ਕਰ ਰਹੇ ਨੇ ਲੋਕ। ਸੋ ਅੱਜ ਗੁਰੂ ਸਾਹਿਬ ਜੀ ਦੇ ਇਸ ਪੰਥ ਬਾਰੇ ਆਪਾਂ ਵਿਚਾਰ ਕਰਾਂਗੇ ਅਤੇ ਉਹਨਾਂ ਦੇ ਜੀਵਨੀ ਬਾਰੇ ਵਿਚਾਰ ਕਰਾਂਗੇ ਕਿ ਐਸੇ ਸਤਿਗੁਰੂ ਜੋ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ ਦੇ 10ਵੇਂ ਵਾਰਿਸ ਨੇ, ਜਿਨ੍ਹਾਂ ਦਾ ਪ੍ਰਕਾਸ਼ 1666 ਈਸਵੀ ਵਿੱਚ ਪਟਨਾ ਸਾਹਿਬ ਦੀ ਸੁਪਾਵਨ ਪਵਿੱਤਰ ਧਰਤੀ 'ਤੇ ਹੁੰਦਾ ਹੈ, ਜਿੱਥੇ ਕਿ ਪਹਿਲੇ ਜਾਮੇ ਵਿੱਚ ਆਪ ਖੁਦ ਗੁਰੂ ਨਾਨਕ ਪਾਤਸ਼ਾਹ ਨੇ ਉੱਥੇ ਚਰਨ ਪਾਏ। ਆਓ ਕਿ ਜਿਸ ਧਰਤੀ 'ਤੇ ਗੁਰੂ ਨਾਨਕ ਪਿਤਾ ਮਹਾਰਾਜ ਦੇ ਚਰਨ ਪਏ, ਉਹ ਪੂਜਨਯੋਗ ਧਰਤੀ ਸਾਤ ਧਰਤੀ ਪਹੀ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਪਹੇ ਹਰਿਆਵਲੇ, ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਯਾਦ ਰੱਖਣਾ, ਉਹ ਧਰਤੀ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ, ਉੱਥੇ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਣਾ ਹੋਇਆ। ਗੁਰੂ ਨਾਨਕ ਪਾਤਸ਼ਾਹ ਉੱਥੇ ਬਿਰਾਜੇ। ਗੁਰੂ ਨਾਨਕ ਪਾਤਸ਼ਾਹ ਨੇ ਇਸ ਮੁਕੱਦਸ ਧਰਤੀ ਨੂੰ ਆਪਣੀ ਚਰਨ ਛੋਹ ਨਾਲ ਪਵਿੱਤਰ ਕੀਤਾ ਅਤੇ ਉਸ ਵੇਲੇ ਤੋਂ ਉਹ ਪੂਜਨਯੋਗ ਧਰਤੀ ਸੀ, ਜਿਸ ਧਰਤੀ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ। ਆਪ ਜੀ ਦੀ ਮਾਤਾ ਗੁਜਰ ਕੌਰ ਜੀ ਅਤੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਦੇ ਗ੍ਰਹਿ ਵਿਖੇ ਸਤਿਗੁਰੂ ਜੀ ਪ੍ਰਕਾਸ਼ਮਾਨ ਹੋਏ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, ਉਸ ਵੇਲੇ ਵੀ ਦੇਹ ਦੀ ਜੋ ਹਾਲਤ ਹੈ ਉਹ ਸਹਿਮੀ ਹੋਈ ਹੈ, ਡਰੀ ਹੋਈ ਹੈ, ਹਾਹਾਕਾਰ ਮਚੀ ਹੋਈ ਹੈ। ਆਓ ਕਿ ਦੇਸ਼ ਦੇ ਜੇ ਰਾਜਨੀਤਿਕ ਹਾਲਾਤ ਵੇਖੀਏ ਤੇ ਉਹ ਬੜੇ ਡਰਾਵਨੇ ਹਨ। ਉਹਨਾਂ ਰਾਜਨੀਤਿਕ ਹਾਲਾਤਾਂ ਕਰਕੇ ਹੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪੂਰਬ ਵੱਲ ਜਾਣਾ ਪਿਆ, ਜਿਸ ਨੂੰ ਅਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਉਦਾਸੀਆਂ ਆਖਦੇ ਹਾਂ। 9ਵੇਂ ਸਤਿਗੁਰਾਂ ਨੇ ਪ੍ਰਚਾਰਕ ਦੌਰੇ ਕੀਤੇ। ਗੁਰੂ ਨਾਨਕ ਪਾਤਸ਼ਾਹ ਉਦਾਸੀਆਂ ਕਰਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਪ੍ਰਚਾਰਕ ਦੌਰੇ ਕਰਦੇ ਨੇ। ਦੋਨਾਂ ਦੇ ਵਿੱਚ ਮੂਲ ਫਰਕ ਸਮਝ ਲੈਣਾ। ਸ਼ਾਇਦ ਬਹੁਤ ਸਾਰੇ ਕਹਿਣਗੇ ਵੀ ਕੋਈ ਗੱਲ ਹੈ, ਨਹੀਂ। ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਉਸ ਇਲਾਕੇ ਵਿੱਚ ਜਾਣਾ, ਲੋਕਾਂ ਨੂੰ ਸਿੱਖੀ ਦੀ ਪਹਿਲੀ ਪੌੜੀ ਦੇਣੀ, ਸਿੱਖਾਂ ਨੂੰ ਜਗਾਉਣਾ, ਸਿੱਖੀ ਪ੍ਰਗਟ ਕਰਨੀ, ਔਰ 9ਵੇਂ ਜਾਮੇ ਵਿੱਚ ਉਸ ਸਿੱਖੀ ਨੂੰ ਬਚਾਉਣ ਵਾਸਤੇ ਪ੍ਰਚਾਰ ਕਰਨ ਜਾਣਾ। ਦੋਨਾਂ 'ਚ ਮੂਲ ਫਰਕ ਹੈ। ਭਾਵੇਂ ਅੱਜ ਬਹੁਤ ਸਾਰੇ ਲੋਕ ਇਹਨਾਂ ਬਰੀਕੀਆਂ ਨੂੰ ਸਮਝਦੇ ਨਹੀਂ ਹਨ। ਜਿਹੜੀ ਬਰੀਕੀ ਸਤਿਗੁਰੂ ਦੇ ਇਤਿਹਾਸ ਵਿੱਚੋਂ ਸਾਨੂੰ ਮਿਲਦੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਉਸ ਸਿੱਖੀ ਨੂੰ ਪ੍ਰਚਾਰਨ ਵਾਸਤੇ ਜਾਂਦੇ ਨੇ, ਜਿਸ ਸਿੱਖੀ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ ਸੀ। ਯਾਦ ਰੱਖਣਾ, ਸਿੱਖ ਧਰਮ ਪ੍ਰਚਾਰਕ ਧਰਮ ਹੈ। ਸਿੱਖ ਧਰਮ ਸਿੱਖਿਆ ਦਾ ਧਰਮ ਹੈ। ਸਿੱਖ ਧਰਮ ਕੋਈ ਕਰਮਕਾਂਡੀ ਧਰਮ ਨਹੀਂ ਹੈ। ਨਾ ਇਹ ਸਿੱਖ ਧਰਮ ਜਿਹੜਾ ਇਹ ਰਵਾਇਤੀ ਧਰਮ ਹੈ। ਸਿੱਖ ਧਰਮ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰੂ ਸਾਹਿਬ ਜੀ ਨੇ ਇੱਕ ਨਵੀਂ ਕ੍ਰਾਂਤੀ ਜਿਹੜੀ ਸੀ ਮਾਨਵਤਾ ਦੇ ਸਾਹਮਣੇ ਰੱਖੀ। ਗੁਰੂ ਨਾਨਕ ਪਾਤਸ਼ਾਹ ਨੇ ਉਹ ਕ੍ਰਾਂਤੀ ਮੱਧਮ ਨਾ ਪੈ ਜਾਏ, ਉਹ ਹੌਸਲਾ, ਉਹ ਬੁਲੰਦੀਆਂ, ਉਹ ਵਿਚਾਰ ਕਿਤੇ ਹੌਲੀ ਨਾ ਪੈ ਜਾਏ, ਕਿਤੇ ਜੀਵਨ ਵਿੱਚੋਂ ਪਾਸੇ ਨਾ ਹੋ ਜਾਏ। ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਪ੍ਰਚਾਰਕ ਦੌਰੇ ਕਰਦੇ ਹਨ। ਉਹ ਸਿੱਖੀ ਨੂੰ ਪ੍ਰਚਾਰਦੇ ਨੇ। ਜਿੱਥੇ ਕਿ ਉਸ ਸਿੱਖੀ ਨੂੰ ਪ੍ਰਚਾਰਦੇ ਨੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਿੱਖੀ ਹੈ, ਉੱਥੇ ਨਾਲ ਲੋਕਾਂ ਵਿੱਚ ਜਾਣਾ, ਸਹਿਮੇ ਹੋਏ ਲੋਕਾਂ ਨੂੰ ਗੁਰੂ ਸਾਹਿਬ ਜੀ ਦਾ ਉੱਥੇ ਪਹੁੰਚ ਕੇ ਹੌਸਲਾ ਦੇਣਾ, ਇੱਕ ਗੱਲ ਸੀ ਅਸਲ ਵਿੱਚ। ਜਿਵੇਂ ਕੋਈ ਬੂਟਾ ਸੁੱਕ ਰਿਹਾ ਹੋਵੇ ਨਾ, ਉਹਦੀ ਜੜ੍ਹਾਂ ਵਿੱਚ ਪਾਣੀ ਪਾ ਦੇਣਾ। ਗੁਰੂ ਤੇਗ ਬਹਾਦਰ ਮਹਾਰਾਜ ਉੱਥੇ ਪ੍ਰਚਾਰਕ ਦੌਰੇ 'ਤੇ ਗਏ। ਪਟਨਾ ਸਾਹਿਬ ਦੇ ਵਿੱਚ ਆਪਣੇ ਪਰਿਵਾਰ ਨੂੰ ਸਾਲਸ ਰਾਏ ਜੋਹਰੀ, ਜੋ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਬਣਿਆ, ਉਹਦੇ ਘਰ ਦੇ ਵਿੱਚ ਪਰਿਵਾਰ ਨੂੰ ਠਹਿਰਾਇਆ। ਉਹ ਘਰ ਕਿਉਂਕਿ ਪਹਿਲਾਂ ਤੋਂ ਹੀ ਧਰਮਸ਼ਾਲਾ ਹੈ,
ਉੱਥੇ ਪਹਿਲਾਂ ਤੋਂ ਹੀ ਗੁਰੂ ਨਾਨਕ ਪਾਤਸ਼ਾਹ ਤੋਂ ਧਰਮ ਦੀ ਕੀਰਤੀ ਚੱਲਦੀ ਆ ਰਹੀ ਹੈ। ਉਹ ਪਰਿਵਾਰ ਪਹਿਲਾਂ ਤੋਂ ਹੀ ਗੁਰਸਿੱਖੀ ਨਾਲ ਜਾਂ ਗੁਰੂ ਘਰ ਨਾਲ ਜੁੜਿਆ ਹੋਇਆ ਹੈ। ਜਿਹੜਾ ਗੁਰੂ ਘਰ ਦਾ ਸਤਿਕਾਰ ਕਰਦਾ ਹੋਵੇ, ਗੁਰੂ ਘਰ ਦੀ ਕਦਰ ਕਰਦਾ ਹੋਵੇ, ਉੱਥੇ ਨਿਸ਼ਚਿੰਤ ਹੋ ਕੇ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਰਿਵਾਰ ਨੂੰ ਛੱਡ ਦਿੰਦੇ ਹਨ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋ ਜਾਣਾ ਔਰ ਐਸੀ ਮੂਰਤ ਜਗਤ ਵਿੱਚ ਪ੍ਰਗਟ ਹੋਣੀ, ਜਿਸ ਮੂਰਤ ਦੇ ਅੱਗੇ ਭਿੱਖਣ ਸਾਹਿਬ ਵਰਗਾ ਪੀਰ ਵੀ ਸਿਜਦਾ ਕਰਦਾ ਹੈ ਔਰ ਮਨ ਵਿੱਚ ਇੱਕ ਧਾਰਨਾ ਲੈਂਦਾ ਕਿ ਜਿਹੜਾ ਅੱਜ ਪੂਰਬ ਵੱਲ ਜਿਸਨੇ ਅਵਤਾਰ ਧਾਰਿਆ ਹੈ, ਜਿਹੜਾ ਪ੍ਰਗਟ ਹੋਇਆ ਹੈ, ਮਨ ਵਿੱਚ ਵਿਚਾਰ ਕਰਦਾ ਕਿ ਐਸੇ ਪੀਰ ਨੂੰ, ਐਸੇ ਰੱਬ ਦੇ ਅਵਤਾਰੀ ਪੁਰਖ ਨੂੰ ਮੈਂ ਪਰਖਣਾ ਚਾਹੁੰਦਾ ਕਿ ਉਹ ਕਿਸ ਦੀ ਬਾਂਹ ਫੜੇਗਾ। ਕਿਉਂਕਿ ਜਿਹੜੇ ਪੀਰ ਫਕੀਰ ਰੱਬ ਦੇ ਪਿਆਰੇ ਹੁੰਦੇ ਨੇ, ਜਿਹੜੀਆਂ ਜੁੜੀਆਂ ਹੋਈਆਂ ਆਤਮਾਵਾਂ ਹੁੰਦੀਆਂ ਅੱਲਾਹ ਤਾਲਾ ਦੇ ਨਾਲ, ਪਰਮੇਸ਼ਰ ਵਾਹਿਗੁਰੂ ਦੇ ਨਾਲ, ਉਹ ਹਮੇਸ਼ਾ ਇਹ ਯਤਨ ਕਰਦੀਆਂ ਕਿ ਜਿਹੜਾ ਆਉਣ ਵਾਲਾ ਸਮੇਂ ਦੇ ਵਿੱਚ ਦੇਸ਼ ਦੀ ਇੱਕ ਕ੍ਰਾਂਤੀਕਾਰੀ ਵਿਚਾਰਧਾਰਾ, ਦੇਸ਼ ਦੇ ਵਿੱਚ ਜੋ ਮਾਹੌਲ ਚੱਲ ਰਿਹਾ ਹੈ, ਜੋ ਲੋਕਾਂ ਵਿੱਚ ਸਹਿਮ ਹੈ, ਉਸ ਨੂੰ ਦੂਰ ਕਰਨ ਵਾਲਾ ਜਿਹੜਾ ਪ੍ਰਗਟ ਹੋਇਆ ਹੈ, ਉਹ ਕਿਸ ਨੂੰ ਪਿਆਰ ਕਰੇਗਾ। ਆਖਰਕਾਰ ਮਨ ਦੇ ਵਿੱਚ ਇਹ ਵਿਚਾਰਾਂ ਉਪਜਦੀਆਂ ਨੇ। ਪੀਰ ਭਿੱਖਣ ਸਾਦੇ ਔਰ ਜਾ ਕੇ ਜਦੋਂ ਕੁੱਜੀਆਂ ਦੇ ਰਾਹੀਂ ਆਪਣੀ ਵਿਚਾਰਧਾਰਾ ਦੀ ਤਸੱਲੀ ਕਰਦਾ ਹੈ, ਉਸ ਵੇਲੇ ਨੂੰ ਗੱਲ ਸਮਝ ਵਿੱਚ ਆ ਜਾਂਦੀ ਹੈ ਕਿ ਬਾਲ ਗੋਬਿੰਦ ਰਾਏ ਜੋ ਪ੍ਰਗਟ ਹੋਏ ਹਨ, ਇਹ ਸਾਰੀ ਮਾਨਵਤਾ ਨੂੰ ਆਪਣੀ ਗਲਵੱਕੜੀ ਵਿੱਚ ਲੈਣਗੇ। ਆਓ ਕਿ ਇਹ ਨਾ ਹਿੰਦੂਆਂ ਦੇ ਨਾ ਮੁਸਲਮਾਨਾਂ ਦੇ, ਇਹ ਸਾਰੀ ਮਾਨਵਤਾ ਦੇ ਗੁਰੂ ਨੇ, ਸਾਰੀ ਮਾਨਵਤਾ ਦੇ ਰਹਿਬਰ ਨੇ। ਇਸ ਤਰ੍ਹਾਂ ਉਹ ਮਨ ਵਿੱਚ ਵਿਚਾਰ ਕਰਦਾ ਹੈ। ਇਹ ਗੱਲ ਇਹ ਵਿਚਾਰ ਲੈਣੀ ਚਾਹੀਦੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ ਘਰ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਘਰ ਹੈ, ਉਹ ਸਾਰੀ ਮਾਨਵਤਾ ਨੂੰ ਆਪਣੀ ਗਲਵੱਕੜੀ ਵਿੱਚ ਲੈ ਕੇ ਉਸ ਨੂੰ ਜਿਉਣਾ ਸਿਖਾਉਂਦਾ ਹੈ ਅਤੇ ਸੰਸਾਰ ਦੇ ਵਿੱਚ ਨਵੀਂ ਕ੍ਰਾਂਤੀ ਪੈਦਾ ਕਰਦਾ ਹੈ। ਔਰ ਇਹ ਵੀ ਗੱਲ ਯਾਦ ਰੱਖਣਾ, ਗੁਰੂ ਨਾਨਕ ਪਾਤਸ਼ਾਹ ਨੇ ਇੱਕ ਇਹ ਵੱਖਰਾ ਪੰਥ ਚਲਾਇਆ ਸੀ। ਜਿਹੜੇ ਅੱਜ ਕਹਿੰਦੇ ਨੇ ਕਿ ਇਹ ਸਾਡੀ ਰੱਖਿਆ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ, ਜਾਂ ਸਿੱਖ ਪੰਥ ਸਾਡੀ ਰੱਖਿਆ ਵਾਸਤੇ ਹੈ, ਜਾਂ ਕਈ ਕਹਿੰਦੇ ਨੇ ਕਿ ਹਿੰਦੂਆਂ ਦਾ ਵੱਡਾ ਪੁੱਤਰ ਜਿਹੜਾ ਇੱਕ ਸਰਦਾਰ ਬਣਦਾ ਸੀ, ਉਹ ਸਾਡੀ ਰੱਖਿਆ ਵਾਸਤੇ। ਇਹ ਕੋਈ ਹੋਮਗਾਰਡ ਭਰਤੀ ਨਹੀਂ ਕੀਤੇ ਗੁਰੂ ਸਾਹਿਬ ਜੀ ਨੇ। ਜਿਹੜੀ ਇਹ ਵਿਚਾਰਧਾਰਾ ਨੂੰ ਸਮਝ ਲੈਣਾ ਚਾਹੀਦਾ ਹੈ। ਗੁਰੂ ਸਾਹਿਬ ਜੀ ਨੇ ਪਹਿਲਾਂ ਹੀ ਨਿਰਣਾ ਕਰ ਦਿੱਤਾ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ ਸੀ, ਕਿਤੇ ਹੋਮਗਾਰਡ ਨਹੀਂ ਆ। ਹਾਂ, ਜੇ ਕੋਈ ਸਾਡੀ ਸਰਨ ਵਿੱਚ ਆ ਜਾਂਦਾ, ਅਸੀਂ ਸਾਰਿਆਂ ਦੀ ਰੱਖਿਆ ਕਰਦੇ ਹਾਂ। ਇੱਥੇ ਕੋਈ ਮੁਸਲਮਾਨ ਚੱਲ ਕੇ ਆ ਜਾਏ, ਕੋਈ ਹਿੰਦੂ ਚੱਲ ਕੇ ਆ ਜਾਏ, ਕੋਈ ਈਸਾਈ ਚੱਲ ਕੇ ਆ ਜਾਏ, ਕੋਈ ਬੋਧੀ, ਪਾਰਸੀ, ਜੈਨੀ, ਕੋਈ ਵੀ ਗੁਰੂ ਸਾਹਿਬ ਜੀ ਦੇ ਘਰ ਚੱਲ ਕੇ ਆ ਜਾਏ, ਤੇ ਗੁਰੂ ਨਾਨਕ ਦਾ ਘਰ ਐਡਾ ਦਿਆਲਤਾ ਦਾ ਘਰ ਹੈ ਕਿ ਹਰ ਇੱਕ ਦੀ ਬਾਂਹ ਫੜ ਲੈਂਦਾ ਔਰ ਕਹਿ ਦਿੰਦਾ ਹੈ ਕਿ ਪਹਿਲਾਂ ਆਚ ਮੇਰੇ ਉੱਤੇ ਆਵੇਗੀ, ਬਾਅਦ ਦੇ ਵਿੱਚ ਗੱਲ ਤੁਹਾਡੀ ਚਲੇਗੀ। ਇਹ ਉਹ ਘਰ ਹੈ। ਇਸ ਕਰਕੇ ਇਹ ਗੱਲ ਬਿਲਕੁਲ ਸਪਸ਼ਟ ਸਮਝ ਲੈਣੀ ਚਾਹੀਦੀ ਹੈ ਕਿ ਗੁਰੂ ਸਾਹਿਬ ਜੀ ਨੇ ਨਿਰਮਲ ਪੰਥ ਚਲਾਇਆ। ਇਹ ਵੱਖਰਾ ਗ੍ਰੰਥ, ਵੱਖਰਾ ਪੰਥ, ਵੱਖਰੀ ਵਿਚਾਰਧਾਰਾ, ਇਹ ਗੁਰਮੁਖੀ ਬੋਲੀ ਦਾ ਪੰਥ ਹੈ। ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਉਹ ਅੱਜ ਵੀ ਵਿਚਾਰਦੇ ਨੇ। ਸਮਾਂ ਸੀ ਜਦੋਂ 20ਵੀਂ ਸਦੀ ਦੇ ਸ਼ੁਰੂਆਤ ਦਾ, ਉਸ ਵੇਲੇ ਸਾਡੇ ਕੋਲ ਬੜੇ ਚੰਗੇ ਗਿਆਨੀ ਲੋਕ ਸਨ। ਗਿਆਨੀ ਦਿੱਤ ਸਿੰਘ ਵਰਗੇ, ਸੰਤ ਗੁਰਮੁਖ ਸਿੰਘ ਵਰਗੇ ਔਰ ਸੰਤ ਸਿੰਘ ਵਰਗੇ, ਉਹ ਲੋਕ ਜਿਨ੍ਹਾਂ ਨੇ ਕਿ ਇਸ ਗੱਲ ਨੂੰ ਸਮਝਿਆ। 20ਵੀਂ ਸਦੀ ਦੀ ਸ਼ੁਰੂਆਤ, ਜਦੋਂ ਆਰੀਆ ਸਮਾਜ ਸਿੱਖ ਪੰਥ ਨੂੰ ਆਪਣੇ ਵਿੱਚ ਮਿਲਗੋਬਾ ਕਰਨਾ ਚਾਹੁੰਦਾ ਸੀ, ਉਸ ਵੇਲੇ ਉਹਨਾਂ ਗੁਰੂ ਕੇ ਰੱਬ ਦੇ ਪਿਆਰਿਆਂ ਨੇ ਕਿਹਾ ਕਿ ਸਾਡਾ ਪੰਥ ਵੱਖਰਾ, ਸਾਡਾ ਗ੍ਰੰਥ ਵੱਖਰਾ, ਸਾਡੀ ਪਹਿਚਾਨ ਵੱਖਰੀ। ਕਿਉਂਕਿ ਇਹੀ ਕਿਹਾ ਜਾਂਦਾ ਸੀ ਨਾ ਵੀ ਇਹ ਪੰਥ ਤਾਂ ਜੋ ਰੱਖਿਆ ਕਰਨ ਵਾਸਤੇ ਬਣਿਆ, ਅਸੀਂ ਸਾਰਿਆਂ ਦੀ ਰੱਖਿਆ ਕਰਨ ਵਾਲੇ ਹਾਂ। ਗੁਰੂ ਨਾਨਕ ਨੇ ਸਾਨੂੰ ਸਾਰੀ ਮਾਨਵਤਾ ਦੀ ਰੱਖਿਆ ਵਾਸਤੇ ਪੈਦਾ ਕੀਤਾ। ਸਾਰਿਆਂ ਦੇ ਹੱਕਾਂ ਲਈ ਲੜਨ ਵਾਸਤੇ ਗੁਰੂ ਨਾਨਕ ਨੇ ਸਾਨੂੰ ਸੰਸਾਰ ਦੇ ਵਿੱਚ ਭੇਜਿਆ। ਇਸ ਕਰਕੇ ਪੀਰ ਭਿੱਖਣ ਸਾਹ ਦੇ ਮਨ ਵਿੱਚ ਇੱਕ ਜਿਹੜੀ ਵਿਚਾਰ ਆਈ ਸੀ ਨਾ ਕਿ ਮੈਂ ਪਰਖ ਕਰਾਂ
ਕਿ ਇਹ ਕਿਸ ਦਾ ਪੱਖ ਪੂਰਨਗੇ, ਹਿੰਦੂਆਂ ਦਾ, ਮੁਸਲਮਾਨਾਂ ਦਾ। ਤੇ ਜਦੋਂ ਛੋਟੀ ਜੀ ਉਮਰ, ਅਜੇ ਸਵਾ ਕੁ ਮਹੀਨਾ ਵੀ ਨਹੀਂ ਹੋਇਆ ਹੋਣਾ, ਉਸ ਵੇਲੇ ਸਤਿਗੁਰ ਨੇ ਪੈਰ ਮਾਰ ਕੇ ਦੋਵੇਂ ਕੁੱਜੇ ਡੋਲ ਦੇਣੇ ਔਰ ਇਹ ਗੱਲ ਸਪਸ਼ਟ ਕਰ ਦੇਣੀ ਕਿ ਮੈਂ ਇੱਕ ਪੱਖ ਵਿੱਚ ਨਹੀਂ, ਮੈਂ ਕੋਈ ਧੜਾ ਬਣਾਉਣ ਨਹੀਂ ਆਇਆ, ਅਸਲ ਵਿੱਚ ਮੈਂ ਤਾਂ ਪਰਮਾਤਮਾ ਦਾ ਉਪਦੇਸ਼ ਜਗ ਜ਼ਾਹਿਰ ਕਰਨ ਵਾਸਤੇ ਸੰਸਾਰ 'ਚ ਆਇਆ। ਦੇਖੋ, ਗੁਰਬਾਣੀ ਦੀ ਜਿਹੜੀ ਵਿਚਾਰਧਾਰਾ ਹੈ ਨਾ, ਸਾਡਾ ਧੜਾ ਤੇ ਹਰੀ ਪਰਮਾਤਮਾ ਹੈ। ਜਿਹੜੇ ਰੱਬ ਨੂੰ ਮੰਨਣ ਵਾਲੇ, ਭਾਵੇਂ ਹਿੰਦੂ ਹੋਣ, ਮੁਸਲਮਾਨ ਹੋਣ, ਸਿੱਖ, ਈਸਾਈ, ਜੈਨੀ, ਬੋਧੀ, ਜਿਹੜੇ ਮਰਜ਼ੀ ਹੋਣ, ਗੁਰੂ ਨਾਨਕ ਦਾ ਪੰਥ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਹੈ ਕਿ ਜਿਹੜੇ ਰੱਬ ਦੇ ਨੂੰ ਮੰਨਣ ਵਾਲੇ ਨੇ, ਇਹ ਉਹਨਾਂ ਸਭ ਦਾ ਸਤਿਕਾਰ ਕਰਦਾ ਹੈ, ਸਭ ਨੂੰ ਪਿਆਰ ਕਰਦਾ ਹੈ। ਜੇ ਕੱਲ ਉਹਨਾਂ ਦੇ ਉੱਤੇ ਕੋਈ ਗੱਲ ਆਉਂਦੀ ਹੈ ਤੇ ਉਸ ਦੀ ਰੱਖਿਆ ਵਾਸਤੇ ਇਹ ਹਰ ਵੇਲੇ ਤਤਪਰ ਰਹਿੰਦਾ ਹੈ, ਤਿਆਰ ਪਰ ਤਿਆਰ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਪਰਖ ਹੁੰਦੀ ਸਵਾ ਮਹੀਨੇ ਵਿੱਚ। ਪੀਰ ਭੀਖਨ ਸਾਹਿਬ ਹੈਰਾਨ ਹੋ ਜਾਂਦਾ, ਇਤਨੀ ਛੋਟੀ ਉਮਰ ਤੇ ਇਹਨਾਂ ਨੇ ਆਪਣਾ ਰਿਜ਼ਨ ਸੰਸਾਰ ਵਿੱਚ ਆਉਣ ਦਾ ਪ੍ਰਗਟ ਕਰ ਦਿੱਤਾ ਕਿ ਮੈਂ ਸਾਰੀ ਮਾਨਵਤਾ ਦਾ ਹਾਂ, ਮੈਨੂੰ ਧੜਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ, ਮੈਨੂੰ ਇੱਕ ਕੌਮ ਜਾਂ ਇੱਕ ਧੜੇ ਦਾ ਨਹੀਂ ਮੰਨਿਆ ਜਾ ਸਕਦਾ, ਮੈਂ ਸਾਰੀ ਮਾਨਵਤਾ ਦਾ ਪੀਰ ਹਾਂ, ਸਾਰੀ ਮਾਨਵਤਾ ਦਾ ਗੁਰੂ ਹਾਂ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਪਨ ਵਿੱਚ ਇਹ ਗੱਲ ਪ੍ਰਗਟ ਹੋ ਜਾਂਦੀ ਹੈ। ਉਸ ਤੋਂ ਬਾਅਦ ਤੁਸੀਂ ਵੇਖੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਟਨਾ ਸਾਹਿਬ ਦੀ ਧਰਤੀ ਤੇ ਵਿਚਰਨਾ ਇੱਕ ਪਹਿਲੀ ਵਾਰ ਸੀ ਕਿ ਇੱਕ ਲੰਬਾ ਸਮਾਂ ਉਸ ਰੂਹਾਨੀ ਜੋਤ ਨੇ ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਔਰ ਉੱਥੇ ਵਿਚਰਦਿਆਂ ਹੋਇਆਂ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਪਿਆਰ ਵਾਲੋ ਸੱਚ ਜਾਣਨਾ, ਜਿਹੜੇ ਲੋਕ ਸਹਿਮੇ, ਡਰੇ ਹੋਏ, ਨਵਾਬਾਂ ਨੂੰ ਝੁਕ ਝੁਕ ਸਲਾਮਾਂ ਕਰਨ ਵਾਲੇ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਵਿਚਾਰ ਬੜੀ ਪਿਆਰੀ ਬਖਸ਼ੀ। ਵਿਚਾਰ ਇਹ ਬਖਸ਼ੀ ਕਿ ਅਸੀਂ ਆਪਣੇ ਜ਼ਮੀਰ ਨੂੰ ਜਗਾਈਏ। ਠੀਕ ਨੇ, ਇਹ ਲੋਕ ਨਵਾਬ ਹੋਣਗੇ, ਪਰ ਅਸੀਂ ਨਵਾਬਾਂ ਨੂੰ ਝੁਕ ਝੁਕ ਕੇ ਸਲਾਮਾਂ ਨਹੀਂ ਕਰਨੀਆਂ। ਸਾਡੀ ਵੀ ਆਪਣੀ ਜ਼ਮੀਰ ਹੈ, ਸਾਡਾ ਵੀ ਆਪਣਾ ਕੋਈ ਧਰਮ ਹੈ, ਅਸੀਂ ਵੀ ਤਾਂ ਮਨੁੱਖ ਹਾਂ। ਜੇ ਝੁਕਣਾ ਤੇ ਗੁਰੂ ਅੱਗੇ ਝੁਕੀਏ, ਜੇ ਝੁਕਣਾ ਪਰਮਾਤਮਾ ਦੇ ਅੱਗੇ ਝੁਕੀਏ, ਇਹਨਾਂ ਲੋਕਾਂ ਦੇ ਅੱਗੇ ਕਿਉਂ? ਔਰ ਸਾਰੀ ਬਾਣੀ ਦੀ ਵਿਚਾਰਧਾਰਾ ਨੂੰ ਜਦੋਂ ਤੁਸੀਂ ਨਿਰਣਾ ਕਰੋਗੇ ਤੇ ਸਦੋਂ ਕਹਿੰਦੇ ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਸਤਿਗੁਰ ਕਹਿੰਦੇ ਮਨੁੱਖ ਦੀ ਟੇਕ ਬਿਰਥ ਸਮਝ ਲੈ, ਬੇਅਰਥ ਹੈ, ਇਸ ਨੂੰ ਚੰਗੀ ਤਰ੍ਹਾਂ ਜਾਣ ਲੈ ਔਰ ਸਮਝ ਲੈ। ਇਸ ਕਰਕੇ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਸਮਝਾਉਂਦੀ ਹੈ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਪ੍ਰੈਕਟੀਕਲ ਰੂਪ ਪਟਨਾ ਸਾਹਿਬ ਦੀ ਧਰਤੀ ਤੇ ਦਿੱਤਾ ਕਿ ਇਹਨਾਂ ਮਨੁੱਖਾਂ ਦੀ ਟੇਕ, ਇਹਨਾਂ ਦਾ ਆਸਰਾ, ਇਹਨਾਂ ਦੇ ਅੱਗੇ ਝੁਕਣਾ ਕਿਸੇ ਅਰਥ ਨਹੀਂ। ਪਿਆਰ ਵਾਲਿਓ, ਸੱਚ ਜਾਣਨਾ, ਉਹ ਲੋਕ ਜਿਹੜੇ ਕਿ ਡਰਦੇ ਸਨ ਨਵਾਬਾਂ ਤੋਂ, ਅੱਜ ਉਹ ਨਵਾਬਾਂ ਨੂੰ ਚਿੜਾਉਂਦੇ ਨੇ, ਅੱਜ ਉਹ ਨਵਾਬਾਂ ਦੇ ਅੱਗੇ ਝੁਕਦੇ ਨਹੀਂ ਹਨ, ਸਗੋਂ ਆਪਣੇ ਕੰਮ ਦੇ ਵਿੱਚ ਮਸਤ ਰਹਿੰਦੇ ਨੇ। ਸਤਿਗੁਰ ਨੇ ਉਹਨਾਂ ਨੂੰ ਤੰਦਰੁਸਤੀ ਦੇ ਵਾਸਤੇ, ਅਣਖ ਦੇ ਵਾਸਤੇ ਉਹਨਾਂ ਨੂੰ ਵਿਦਿਆ ਦਿੱਤੀ, ਯੁੱਧ ਕਲਾ। ਮਹਾਰਾਜ ਨੇ ਕਿਹਾ ਕਿ ਸਰੀਰ ਨੂੰ ਠੀਕ ਰੱਖਣਾ ਹੈ, ਮਨ ਨੂੰ ਤਕੜਾ ਕਰਨਾ ਹੈ ਅਤੇ ਇਸ ਮਰੀ ਹੋਈ ਜ਼ਮੀਰ ਤੋਂ ਉਭਰਨਾ ਹੈ ਔਰ ਜਿਉਂਦੀ ਜ਼ਮੀਰ ਦੇ ਮਾਲਕ ਬਣਨਾ ਹੈ। ਉਸ ਵਾਸਤੇ ਆਪ ਆਪਣੇ ਜੀਵਨ ਵਿੱਚੋਂ ਕੁਛ ਕਰਨਾ ਸਿੱਖੋ। ਪਟਨਾ ਸਾਹਿਬ ਦੇ ਬੱਚੇ ਹੁਣ ਖੇਡਣਾ ਸ਼ੁਰੂ ਕਰਦੇ ਨੇ। ਹੁਣ ਗੁਰੂ ਸਾਹਿਬ ਜੀ ਪਟਨਾ ਸਾਹਿਬ ਦੀ ਧਰਤੀ ਤੇ ਦੋ ਟੋਲੇ ਬਣਾ ਕੇ ਆਪਸ ਦੇ ਵਿੱਚ ਉਹਨਾਂ ਨੂੰ ਖੇਡ ਖਿਡਾਉਂਦੇ ਨੇ। ਜਿਹੜਾ ਖੇਡ 'ਚ ਜੇਤੂ ਹੁੰਦਾ ਹੈ ਉਸ ਨੂੰ ਮਾਤਾ ਜੀ ਕੋਲੋਂ, ਮਾਤਾ ਗੁਜਰੀ ਜੀ ਕੋਲੋਂ ਤੇ ਆਪਣੇ ਮਾਮਾ ਕਿਰਪਾਲ ਚੰਦ ਜੀ ਕੋਲੋਂ ਇਨਾਮ ਦਿਵਾਉਂਦੇ ਨੇ, ਤਾਂ ਕਿ ਬੱਚਿਆਂ ਦੀ ਹੌਸਲਾ ਅਫਜ਼ਾਈ ਹੋਵੇ, ਬੱਚੇ ਅੱਗੇ ਆਉਣ ਵਾਲੇ ਸਮੇਂ ਵਿੱਚ ਇਹ ਆਪਣੇ ਇਸ ਵਾਲੇ ਪਾਸੇ ਧਿਆਨ ਦੇਣ। ਔਰ ਪਿਆਰ ਵਾਲੋ, ਸੱਚ ਜਾਣਾ, ਇਸ ਤਰ੍ਹਾਂ ਕਰਨਾ ਸਤਿਗੁਰੂ ਜੀ ਦਾ, ਉਹਨਾਂ ਬੱਚਿਆਂ ਦੇ ਨਾਲ ਆਪ ਖੇਡਣਾ ਔਰ ਆਪ ਉਹਨਾਂ ਦੀ ਟੀਮਾਂ ਬਣਾ ਕੇ ਉਹਨਾਂ ਨੂੰ ਆਪਸ ਦੇ ਵਿੱਚ ਘੋਲ ਕਰਾਣੇ। ਹਰ ਇੱਕ ਪੱਖ ਤੋਂ ਤੀਰ ਅੰਦਾਜ਼ੀ, ਨੇਜਾਬਾਜ਼ੀ, ਛੋਟੀ ਛੋਟੀ ਤਲਵਾਰਾਂ ਮਾਤਾ ਜੀ ਨੇ ਬਣਵਾ ਕੇ ਦਿੱਤੀਆਂ ਕਿ ਬੱਚੇ ਚੰਗੇ ਤਰੀਕੇ ਨਾਲ ਇਹ ਵਿਦਿਆ ਨੂੰ ਸਿੱਖ ਸਕਣ ਤੇ ਖੇਡ ਸਕਣ। ਕਿਉਂਕਿ ਸਮੇਂ ਦੀ ਲੋੜ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ
ਜਾਂ ਗੁਰੂ ਨਾਨਕ ਪਾਤਸ਼ਾਹ ਦਾ ਘਰ ਜਿਹੜਾ ਨਾ, ਇਹ ਗੱਲ ਯਾਦ ਰੱਖਣਾ ਕਿ ਇਹ ਉਹ ਘਰ ਹੈ ਕਿ ਜਿੱਥੇ ਕਿ ਸਰਵ ਪੱਖੀ ਵਿਚਾਰਧਾਰਾ ਹੈ। ਉਸ ਵਿਚਾਰਧਾਰਾ ਨੂੰ ਇੱਥੇ ਕੰਡਮ ਕਰ ਦਿੱਤਾ ਜਾਂਦਾ ਹੈ। ਜਿਹੜੀ ਵਿਚਾਰਧਾਰਾ ਕਹਿੰਦੀ ਕੇਵਲ ਖੱਤਰੀ ਲੜ ਸਕਦਾ ਹੈ, ਸਦੋਂ ਕਹਿੰਦੇ ਇੱਥੇ ਹਰ ਇੱਕ ਪ੍ਰਾਣੀ, ਭੈਣ ਵੀ ਲੜੇਗੀ, ਬੱਚੀ ਵੀ ਲੜੇਗੀ, ਹਰ ਇੱਕ ਬੰਦਾ, ਨਾ ਕੋਈ ਸੂਦਰ ਹੈ, ਨਾ ਕੋਈ ਇੱਥੇ ਖੱਤਰੀ ਹੈ, ਨਾ ਕੋਈ ਬ੍ਰਾਹਮਣ ਹੈ, ਸਾਰੇ ਇੱਕ ਬਰਾਬਰ ਦੇ ਨੇ। ਸਾਰਿਆਂ ਨੂੰ ਯੁੱਧ ਕਲਾ ਆਉਣੀ ਚਾਹੀਦੀ ਹੈ, ਸਾਰਿਆਂ ਨੂੰ ਲੜਨਾ ਆਉਣਾ ਚਾਹੀਦਾ ਹੈ, ਸਾਰਿਆਂ ਨੂੰ ਧਰਮ ਵਾਸਤੇ, ਦੇਸ਼ ਵਾਸਤੇ ਮਰਨਾ ਆਉਣਾ ਚਾਹੀਦਾ ਹੈ। ਇਹ ਸਤਿਗੁਰੂ ਜੀ ਨੇ ਆਪਣੇ ਬਚਪਨ ਵਿੱਚ ਇੱਥੇ ਪ੍ਰਗਟ ਕੀਤਾ। ਮੈਂ ਸਾਖੀਆਂ ਵਿੱਚ ਨਹੀਂ ਜਾ ਰਿਹਾ, ਮੈਂ ਸਿਰਫ ਉਸ ਵਿਚਾਰਧਾਰਾ ਨੂੰ ਤੁਹਾਡੇ ਨਾਲ ਸਾਂਝੀ ਕਰਨਾ ਚਾਹ ਰਿਹਾ, ਜਿਹੜੀ ਵਿਚਾਰਧਾਰਾ ਸਤਿਗੁਰੂ ਜੀ ਨੇ ਸਾਡੇ ਸਾਹਮਣੇ ਪ੍ਰਗਟ ਕੀਤੀ ਹੈ। ਜਿਹੜੀ ਵਿਚਾਰਧਾਰਾ ਸਾਡੇ ਸਾਹਮਣੇ ਓਰੀਜਨ ਬਿਲਕੁਲ ਕਲੀਅਰ ਕੀਤਾ ਗੁਰੂ ਸਾਹਿਬ ਜੀ ਦਾ। ਔਰ ਇੱਥੇ ਤੱਕ ਕਿ ਗੁਰੂ ਸਾਹਿਬ ਜੀ ਦਾ ਗੰਗਾ ਦੇ ਕਿਨਾਰੇ ਤੇ ਜਾ ਕੇ ਸਿਵਦੱਤ ਵਰਗੇ ਬ੍ਰਾਹਮਣ ਤੇ ਉਹਨਾਂ ਦੇ ਗੜਵੇ ਡੋਲ ਦੇਣੇ, ਔਰ ਉਸ ਨੂੰ ਇਹ ਗੱਲ ਸਮਝਾ ਦੇਣੀ ਕਿ ਇਹਨਾਂ ਗੜਵਿਆਂ ਦੇ ਪਾਣੀ ਵਿੱਚ, ਸੋਚੋ ਕਿ ਕੋਈ ਪਵਿੱਤਰਤਾ ਦੀ ਗੱਲ ਹੈ, ਜਾਂ ਸੂਰਜ ਨੂੰ ਪਾਣੀ ਦੇਣ ਦੇ ਨਾਲ ਕੋਈ ਕ੍ਰਾਂਤੀ ਆ ਜਾਂਦੀ ਜੀਵਨ ਵਿੱਚ। ਲੋੜ ਹੈ ਕਿ ਗੜਵੇ ਦੇ ਅੰਦਰ ਗੰਗਾ ਜਲ ਧੋ ਕੇ ਜਿਤਨਾ ਮਰਜ਼ੀ ਪਾ ਲਓ, ਪਰ ਹਿਰਦਾ ਜੇ ਸਾਫ਼ ਨਹੀਂ ਤੇ ਤੁਹਾਡੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਟਿਕਣਾ। ਕਿੰਨੀ ਪਿਆਰੀ ਗੱਲ ਸੀ ਗੁਰੂ ਸਾਹਿਬ ਜੀ ਦੀ ਕਿ ਗੰਗਾ ਜਲ ਗੜਵੇ ਨੂੰ ਕਈ ਵਾਰੀ ਧੋ ਕੇ ਗੰਗਾ ਜਲ ਵਿੱਚ ਪਾ ਕੇ ਫਿਰ ਸੂਰਜ ਨੂੰ ਨਮਸਕਾਰ ਕਰਨੀ। ਗੁਰੂ ਸਾਹਿਬ ਜੀ ਨੇ ਉਹ ਗੜਵਾ ਡੋਲ ਦੇਣਾ। 1 ਦਿਨ 2 ਦਿਨ, ਕੁਝ ਦਿਨਾਂ ਬਾਅਦ ਗੱਲ ਸਮਝ ਵਿੱਚ ਆ ਗਈ ਕਿ ਗੁਰੂ ਸਾਹਿਬ ਜੀ ਇਹਨਾਂ ਕਰਮ ਕਾਂਡਾਂ ਚੋਂ ਕੱਢ ਕੇ ਸਾਨੂੰ ਸਿੱਧਾ ਰੱਬ ਦੇ ਨਾਲ ਜੋੜਨਾ ਚਾਹੁੰਦੇ ਨੇ, ਕਿਉਂਕਿ ਬੰਦੇ ਦੀ ਸੋਚ ਗੜਵਿਆਂ ਵਿੱਚ ਬੰਦ ਹੈ। ਇਹ ਯਾਦ ਰੱਖਣਾ, ਬੰਦੇ ਦੀ ਸੋਚ ਗੜਵਿਆਂ ਦੇ ਵਿੱਚ ਬੰਦ ਹੈ। ਬੰਦਾ ਉਤਨਾ ਕੁਝ ਸੋਚ ਰਿਹਾ ਆਪਣੀ ਜ਼ਿੰਦਗੀ ਦੇ ਅੰਦਰ, ਉਹਨੂੰ ਧਰਮ ਦਾ, ਕਰਮ ਦਾ, ਜੀਵਨ 'ਚ ਕੁਝ ਨਹੀਂ ਪਤਾ। ਇਸ ਕਰਕੇ ਗੁਰਦੇਵ ਪਿਤਾ ਨੇ ਬੜੀ ਕਿਰਪਾ ਕੀਤੀ ਸਾਡੇ ਉੱਤੇ ਕਿ ਸਤਿਗੁਰੂ ਜੀ ਨੇ ਸਾਡੀ ਸੋਚ ਨੂੰ, ਜੋ ਗੁਲਾਮੀ ਵਾਲੀ ਸੋਚ, ਕਰਮਕਾਂਡੀ ਸੋਚ, ਪਾਖੰਡ ਵਾਲੀ ਸੋਚ, ਉਹ ਪਟਨਾ ਸਾਹਿਬ ਦੀ ਧਰਤੀ ਵਿੱਚ ਪੰਡਤ ਸਿਵਦੱਤ ਨੂੰ ਗੱਲ ਸਮਝਾ ਦਿੱਤੀ ਵੀ ਇਹ ਸਾਰੇ ਕੁਝ ਕਰਮ ਕਾਂਡ ਨੇ, ਇਹਨਾਂ ਦੇ ਨਾਲ ਧਰਮ ਦੀ ਪ੍ਰਾਪਤੀ ਨਹੀਂ ਹੋਣੀ। ਜੇ ਇਸਨਾਨ ਦੀ ਗੱਲ ਹੈ, ਜੇ ਕਿਤੇ ਅੰਦਰ ਨੂੰ ਪਵਿੱਤਰਤਾ ਦੀ ਗੱਲ ਹੈ, ਜੇ ਧਰਮ ਦੀ ਗੱਲ ਹੈ, ਤੇ ਧਰਮ ਅੰਦਰ ਦਾ ਕਮਾਉਣਾ ਚਾਹੀਦਾ। ਜਿਹਨੂੰ ਮਰ ਕਹਿੰਦੇ ਮਨ ਮੰਦਰ ਤਨ ਵੇਸ ਕਲੰਦਰ, ਘਟ ਹੀ ਤੀਰਥ ਨਾਮਾ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਾਹੁੜ ਜਨਮ ਨਾ ਆਵਾਂ। ਸਦਕੇ ਨੇ ਅੰਦਰ ਦੀ ਗੱਲ ਕਰੋ, ਕਿਉਂਕਿ ਕਈ ਵਾਰ ਅਸੀਂ ਸੋਚਦੇ ਹਾਂ ਕਿ ਜਿਹੜੀ ਬਾਹਰ ਦੀ ਕਿਰਿਆ ਹੈ ਸ਼ਾਇਦ ਇਹੀ ਸਭ ਕੁਝ ਹੈ, ਔਰ ਕਈ ਵਾਰੀ ਭੁਲੇਖਾ ਪੈ ਜਾਣਾ ਸੁਭਾਵਿਕ ਹੈ ਕਿ ਜੋ ਮੈਂ ਬਾਹਰੋਂ ਕਰ ਰਿਹਾ ਸ਼ਾਇਦ ਇਹ ਮੈਂ ਧਰਮ ਕਰ ਰਿਹਾ। ਮੈਂ ਇੱਕ ਬੇਨਤੀ ਕਰਾਂ, ਧਰਮ ਦੇ ਬਾਹਰੀ ਅੰਗ ਤਾਂ ਹੋ ਸਕਦੇ ਨੇ, ਪਰ ਅੰਦਰ ਦਾ ਧਰਮ ਨਹੀਂ ਹੋ ਸਕਦਾ, ਅੰਦਰ ਦੀ ਮਰਿਆਦਾ ਨਹੀਂ ਹੋ ਸਕਦੀ, ਅੰਦਰ ਦਾ ਸੱਚ ਇਸ ਤਰ੍ਹਾਂ ਪ੍ਰਗਟ ਨਹੀਂ ਹੋ ਸਕਦਾ। ਕਿਉਂਕਿ ਗੁਰਬਾਣੀ ਕਹਿੰਦੀ ਸ਼ਬਦ ਦੇ ਸੁਰਤ ਦੇ ਮੇਲ ਤੋਂ ਬਿਨਾਂ ਜਿਹਨ ਦੇ ਅੰਦਰ, ਸੁਰਤੀ ਦੇ ਵਿੱਚ ਜਾਂ ਵਿਚਾਰਧਾਰਾ ਵਿੱਚ ਸ਼ੁਭ ਗੁਣਾਂ ਦਾ ਪ੍ਰਗਟ ਹੋਣਾ ਇਹ ਕਦੀ ਨਹੀਂ ਹੋ ਸਕਦਾ। ਯਾਦ ਰੱਖਣਾ, ਹਮੇਸ਼ਾ ਜੀਵਨ ਵਿੱਚ ਕਰਮਕਾਂਡ ਕੀਤੇ ਆ ਕਦੀ ਸ਼ੁਭ ਵਿਚਾਰ ਪ੍ਰਗਟ ਨਹੀਂ ਹੋਏਗੀ। ਕਰਮਕਾਂਡ ਕਰਦੇ ਹਾਂ, ਪਾਖੰਡ ਕਰਦੇ ਹਾਂ, ਛੋਟੀ ਜਿਹੀ ਸੋਚ ਗੜਵੇ ਵਿੱਚ ਬੰਦ ਕਰਕੇ ਰੱਖਣਾ ਵੀ ਇਹੀ ਸ਼ਾਇਦ ਧਰਮ ਹੈ, ਉਸ ਦੇ ਨਾਲ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣਾ ਕਿ ਸਾਡੀ ਜਿਹੜੀ ਸੋਚ ਹੈ ਉਹ ਰੱਬ ਵਰਗੀ ਨਹੀਂ ਹੋ ਸਕਦੀ, ਸਾਡੀ ਸੋਚ ਗੁਰੂ ਵਰਗੀ ਨਹੀਂ ਹੋ ਸਕਦੀ। ਸਾਨੂੰ ਆਪਣੀ ਸੋਚ ਗੜਵੇ ਵਿੱਚੋਂ ਕੱਢ ਕੇ ਨਾ, ਜਿਵੇਂ ਆਪਾਂ ਸਮੁੰਦਰ ਨੂੰ ਗੜਵੇ ਵਿੱਚ ਪਾ ਲਈਏ ਤੇ ਉਹ ਗੜਵੇ ਦੇ ਵਿੱਚ ਜੋਗਾ ਰਹਿ ਗਿਆ, ਪਰ ਜੇ ਉਸ ਗੜਵੇ ਨੂੰ ਸਮੁੰਦਰ 'ਚ ਸਿੱਟ ਦਈਏ ਨਾ ਤੇ ਉਹ ਸਮੁੰਦਰ ਜਿੰਨਾ ਵਿਸ਼ਾਲ ਹੋ ਜਾਏਗਾ। ਇਸ ਤਰ੍ਹਾਂ ਸਾਡੀ ਸੋਚ ਜਿਹੜੀ ਹੈ, ਜੇ ਆਪਣੀ ਸੋਚ ਛੱਡ ਕੇ ਔਰ ਆਪਣੀ ਸੋਚ ਨੂੰ ਗੁਰੂ ਕੀ ਸੋਚ ਵਿੱਚ ਮਿਲਾ ਦਈਏ ਜਾ ਕੇ, ਤੇ ਗੁਰੂ ਕੀ ਸੋਚ ਸਮੁੰਦਰ ਵਰਗੀ ਹੈ, ਜਿਹਦਾ ਕੋਈ ਥਾਂ, ਜਿਹਦਾ ਕੋਈ ਟਿਕਾਣਾ ਅਜੇ ਤੱਕ ਕੋਈ ਨਹੀਂ ਲੱਭ ਸਕਿਆ। ਔਰ ਰਹੀ ਵਿਚਾਰਧਾਰਾ ਇਹ ਕਿ ਜੇ ਗੁਰੂ ਨਾਨਕ ਪਾਤਸ਼ਾਹ ਦਾ ਨਿਰਮਲ ਪੰਥ ਨਾ ਹੁੰਦਾ ਤੇ ਇਹ ਰੂਹਾਨੀ ਵਿਚਾਰਧਾਰਾ ਸਾਡੇ ਕੋਲ ਨਾ ਹੁੰਦੀ। ਪਹਿਲਾਂ ਵੀ 18 ਪੁਰਾਣ ਸਨ, 27 ਸਿਮਰਤੀਆਂ ਸਨ, 4 ਵੇਦ ਸਨ, ਇਤਨੇ ਸਾਰੇ ਗ੍ਰੰਥ ਸਨ। ਜਿਹੜੇ ਲੋਕ ਕਹਿੰਦੇ ਨੇ ਵੀ ਗੁਰੂ ਨਾਨਕ ਦਾ ਜਿਹੜਾ ਪੰਥ ਹੈ ਉਹ ਸਾਡੀ ਰੱਖਿਆ ਵਾਸਤੇ ਬਣਿਆ, ਮੈਂ ਬੇਨਤੀ ਕਰਾਂ ਜੇ ਉਹ ਪੰਥ ਹੁੰਦਾ ਤੇ ਸਤਿਗੁਰ ਉਸ ਹੀ ਗ੍ਰੰਥ ਦੀ ਵਿਚਾਰਧਾਰਾ ਨੂੰ ਅੱਗੇ ਰੱਖਦੇ ਤੇ ਇਹ ਰੂਹਾਨੀ ਮੁਜਸਮਾ ਜਿਹੜਾ ਪ੍ਰਗਟ ਹੋਇਆ ਮਹਾਰਾਜ ਨੂੰ ਇਹ ਪ੍ਰਗਟ ਨਾ ਕਰਦੇ। ਮੈਂ ਇਹ ਵੀ ਬੇਨਤੀ ਕਰਾਂ, ਜ਼ਿਆਦਾ ਵਿਚਾਰ ਦੀ ਵੀ ਲੋੜ ਨਹੀਂ ਹੁੰਦੀ, ਜ਼ਿਆਦਾ ਗ੍ਰੰਥਾਂ ਦੀ ਲੋੜ ਵੀ ਨਹੀਂ ਹੁੰਦੀ। ਗੱਲ ਤਾਂ ਇਹ ਗੁਰਬਾਣੀ ਕਹਿੰਦੀ ਹੈ, ਕਿਨਕਾ ਏਕ ਜਿਸ ਜੀਵ ਵਸਾਵੈ ਤਾਕੀ ਮਹਿਮਾ
ਕਿਣਕਾ ਦਾ ਵਸਿਆ ਨਹੀਂ ਸਾਡੇ ਜੀਵਨ ਵਿੱਚ ਗ੍ਰੰਥ, ਭਾਵੇਂ ਅਸੀਂ 100 ਪੜ੍ਹ ਕੇ ਰੱਖਦੇ, ਕੀ ਫਾਇਦਾ ਉਹਨਾਂ ਦਾ ਗ੍ਰੰਥਾਂ ਦਾ। ਆਪਾਂ 100 ਗ੍ਰੰਥ ਪੜ੍ਹ ਲਈਏ, ਤਰਕ ਇਹ ਹੋਏਗਾ ਮੈਂ 100 ਗ੍ਰੰਥ ਪੜ੍ਹੇ ਨੇ ਪਰ ਕਿਣਕਾ ਮਾਤਰ ਵਸਿਆ ਨਹੀਂ ਉਸ ਦੇ ਵਿੱਚੋਂ। ਸਿੱਖੀ ਵਿੱਚ ਇਹ ਵੀ ਤਰਕ ਨਹੀਂ ਕਿ ਕੋਈ ਆਖੇ ਮੈਂ ਇਤਨੇ ਗ੍ਰੰਥ ਪੜ੍ਹਿਆ ਹੋਇਆ। ਜਿਵੇਂ ਅੱਜ ਅਸੀਂ ਦੇਖਦੇ ਬ੍ਰਹਮ ਗਿਆਨੀ 108 1008, ਔਰ ਜੇ ਕਿਸੇ ਗ੍ਰੰਥ ਦੇ ਵਿੱਚੋਂ ਕੋਈ ਸਵਾਲ ਪੁੱਛੀਏ ਤਾਂ ਗੁਸਤਾਖੀ ਮਾਫ, ਕੁਛ ਵੀ ਨਹੀਂ ਪਤਾ। ਫਿਰ ਲੋਕਾਂ ਵਿੱਚ ਇਹ ਗੱਲ ਲਿਖਣ ਦੀ ਕੀ ਲੋੜ ਹੈ ਕਿ ਬ੍ਰਹਮ ਗਿਆਨੀ 108। ਬ੍ਰਹਮ ਗਿਆਨੀ ਦਾ ਅਰਥ ਹੈ 108 ਗ੍ਰੰਥਾਂ ਦਾ ਬ੍ਰਹਮ ਗਿਆਨ ਇਕੱਠਾ ਕਰ ਲੈਣਾ। ਉਪਨਿਸ਼ਦ ਨੇ ਸਾਡੇ ਦੇਸ਼ ਦੇ ਵਿੱਚ, ਸਾਡੇ 27 ਸਿਮਰਤੀਆਂ ਨੇ, 18 ਪੁਰਾਣ ਨੇ, 4 ਵੇਦ ਨੇ, ਮਹਾਭਾਰਤ ਹੈ, ਗੀਤਾ ਹੈ, ਹੋਰ ਗ੍ਰੰਥ ਨੇ। ਉਹ ਸਾਰਿਆਂ ਨੂੰ ਮਿਲਾ ਕੇ ਟੋਟਲੀ ਕਹਿੰਦੇ ਨੇ 108 ਗ੍ਰੰਥ ਬਣਦੇ ਵੀ ਉਹਨਾਂ ਦਾ ਗਿਆਨ ਹੋ ਜਾਣਾ। ਬ੍ਰਹਮ ਗਿਆਨੀ ਨੇ। ਮੈਂ ਕਿ ਬੇਨਤੀ ਕਰਾਂ, ਇਤਨੇ ਗ੍ਰੰਥਾਂ ਦਾ ਗਿਆਨ ਰੱਖਣਾ ਉਸ ਦੇ ਵਿੱਚ ਆਪਣੇ ਆਪ 'ਚ ਹੀ ਮਿਲਾਵਟ ਕਰਨੀ ਹੈ। ਇਸ ਕਰਕੇ 10ਵੇਂ ਪਾਤਸ਼ਾਹ ਨੇ ਇੱਕ ਗੱਲ ਆਖੀ ਸੀ, ਜਦੋਂ ਆਪ ਜੋਤੀ ਜੋਤ ਸਮਾਣ ਲੱਗੇ, ਇਸ ਵੱਲੇ ਇੱਕ ਵਿਚਾਰ ਸਾਡੇ ਸਾਹਮਣੇ ਰੱਖੀ ਸੀ। ਕਹਿੰਦੇ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਇੱਕੋ ਗ੍ਰੰਥ ਬਹੁਤ ਹੈ, ਇੱਕੋ ਹੀ ਗ੍ਰੰਥ ਬਹੁਤ ਹੈ। ਮੈਂ ਇੱਕ ਬੇਨਤੀ ਕਰਾਂ, ਇੱਕੋ ਗ੍ਰੰਥ ਨਹੀਂ, ਇੱਕ ਪੰਕਤੀ ਵੀ ਜੇ ਜੀਵਨ 'ਚ ਆਧਾਰ ਬਣ ਜਾਏ, ਸਾਡੀ ਆਸਰਾ ਬਣ ਜਾਏ, ਤੇ ਇੱਕ ਪੰਕਤੀ ਸਾਡਾ ਜੀਵਨ ਬਦਲ ਸਕਦੀ ਹੈ। ਇਹ ਬਾਣੀ ਦੇ ਫੈਸਲੇ ਨੇ, ਇਹ ਬਾਣੀ ਦੀ ਵਿਚਾਰਧਾਰਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਪਨ ਵਿੱਚ ਪਟਨਾ ਸਾਹਿਬ ਦੀ ਧਰਤੀ ਦੇ ਵਿਚਰਦੇ ਨੇ। ਉੱਥੇ ਦੇ ਲੋਕਾਂ ਵਿੱਚ ਕ੍ਰਾਂਤੀਕਾਰੀ ਜੀਵਨ ਬਣਨਾ, ਉਹਨਾਂ ਦੇ ਲੋਕਾਂ ਦੀ ਸੋਚ ਚੇਂਜ ਹੋ ਜਾਣੀ। ਸਿਵਦੱਤ ਵਰਗੇ ਪੰਡਤ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਰਾਮ ਸਮਝਣਾ ਸ਼ੁਰੂ ਕਰ ਦੇਣਾ ਵੀ ਮੇਰੇ ਤਾਂ ਹੁਣ ਰਾਮ, ਮੇਰੇ ਤਾਂ ਸਭ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਇੱਕ ਹੀ ਵਿਚਾਰਧਾਰਾ ਹੈ, ਗੁਰ ਈਸਰ, ਗੁਰ ਗੋਰਖ ਬਰਮਾ, ਗੁਰ ਪਾਰਵਤੀ। ਇਹ ਉਹ ਵਿਚਾਰਧਾਰਾ ਹੈ ਜੋ ਗੁਰਬਾਣੀ ਵਿੱਚ ਪਹਿਲਾਂ ਹੀ ਦਰਜ ਹੈ ਸਾਡੇ ਕੋਲ। ਫਿਰ ਪਿਆਰ ਵਾਲੇ ਸੱਚ ਜਾਣਨਾ। ਉਸ ਤੋਂ ਅੱਗੇ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਮਾਂ ਦੀ ਲਾਲਸਾ, ਜੋ ਫਤਿਹ ਚੰਦ ਮੈਣੀ ਰਾਜਾ ਹੈ, ਉਹਦੀ ਰਾਣੀ ਦੀ ਇੱਕ ਤਮੰਨਾ ਹੈ ਘਰ ਦੇ ਵਿੱਚ ਗੋਬਿੰਦ ਸਿੰਘ ਵਰਗਾ ਲਾਲ ਹੋਣਾ ਚਾਹੀਦਾ। ਉਹਦੀ ਕੁੱਖ ਸਕਣੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੋਦ ਵਿੱਚ ਬੈਠ ਕੇ ਇਹ ਗੱਲ ਪ੍ਰਗਟ ਕਰ ਦਿੱਤੀ ਉੱਥੇ ਕਿ ਪੁੱਤ ਜਿਹੜਾ ਹੈ ਨਾ, ਭਾਵੇਂ ਕੁੱਖ ਤੋਂ ਜੰਮਿਆ ਹੋਵੇ, ਭਾਵੇਂ ਬਿਨਾਂ ਕੁੱਖ ਤੋਂ ਹੋਵੇ, ਪਰ ਪੁੱਤਰ ਵਰਗੇ ਫਰਜ਼ ਨਿਭਾਵੇ ਤਾਂ ਪੁੱਤਰ ਹੋਣ ਦਾ ਅਧਿਕਾਰੀ, ਨਹੀਂ ਤੇ ਕੋਈ ਲਾਭ ਨਹੀਂ ਹੈ। ਜਿਹੜਾ ਪੁੱਤਰ ਮਾਂ ਪਿਓ ਦੀ ਸੇਵਾ ਨਹੀਂ ਕਰ ਸਕਦਾ, ਜਿਹੜਾ ਪੁੱਤਰ ਆਗਿਆਕਾਰੀ ਨਹੀਂ, ਜਿਹੜਾ ਪੁੱਤਰ ਸੰਸਕਾਰੀ ਨਹੀਂ, ਉਹ ਭਾਵੇਂ ਜਿਤਨੇ ਮਰਜ਼ੀ ਪੁੱਤਰ ਜੰਮ ਲਈਏ, ਉਸਦਾ ਕੋਈ ਲਾਭ ਨਹੀਂ ਹੈ। ਫਿਰ ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਨੇ ਅੰਦਰ ਇੱਕ ਐਸੀ ਭਾਵਨਾ ਦਾ ਜਨਮ ਕਰਾ ਦੇਣਾ ਕਿ ਉਹਨੂੰ ਅਹਿਸਾਸ ਹੋਣ ਲੱਗ ਪਿਆ ਵੀ ਮੇਰੇ ਘਰ 'ਚ ਪੁੱਤਰ ਹੈ, ਮੇਰੇ ਘਰ 'ਚ ਸੰਤਾਨ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ। ਇਹ ਸੀ ਕਿ ਉਹ ਵਿਚਾਰਧਾਰਾ ਜਿਹੜੀ ਸਤਿਗੁਰੂ ਜੀ ਨੇ ਪਟਨਾ ਸਾਹਿਬ ਦੇ ਵਿੱਚ ਵਰਤਾਈ। ਗੁਰੂ ਤੇਗ ਬਹਾਦਰ ਮਹਾਰਾਜ ਆ ਕੇ ਆਪਣੇ ਪੁੱਤਰ ਦੇ 4 ਸਾਲ ਬਾਅਦ ਦਰਸ਼ਨ ਕਰਦੇ ਨੇ। ਕੁਰਬਾਨ ਜਾਈਏ ਗੁਰੂ ਤੇਗ ਬਹਾਦਰ ਮਹਾਰਾਜ, ਤੁਹਾਡੀ ਵਿਚਾਰਧਾਰਾ, ਤੁਹਾਡੀ ਸੋਚ, ਤੁਹਾਡੀ ਕ੍ਰਾਂਤੀਕਾਰੀ ਵਿਚਾਰਧਾਰਾ, ਤੁਹਾਡੀ ਉਪਰਾਮਤਾ। ਜਿਹੜੀ ਗੱਲ ਗੁਰੂ ਨਾਨਕ ਨੇ ਆਖੀ ਸੀ ਕਿ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨ ਸਹਿਣੇ, ਸ਼ਬਦ ਸੁਰਤ ਬਹੁ ਸਾਗਰ ਤਰੀਐ ਨਾਨਕ ਨਾਮ ਬਖਾਣੇ। ਤੁਸੀਂ ਉਸ ਵਿਚਾਰਧਾਰਾ ਨੂੰ ਜੀਵਨ ਵਿੱਚ ਲੋਕਾਂ ਦੇ ਸਾਹਮਣੇ ਰੱਖਿਆ। ਇਹ ਵਿਚਾਰਧਾਰਾ ਨੂੰ ਲੋਕਾਂ ਦੇ ਸਾਹਮਣੇ ਪ੍ਰਗਟ ਕਰਕੇ ਦਿਖਾਇਆ ਗੁਰੂ ਤੇਗ ਬਹਾਦਰ ਮਹਾਰਾਜ ਨੇ। ਨਹੀਂ ਤਾਂ ਦੇਖੋ, ਘਰ ਪੁੱਤਰ ਦੀ ਖੁਸ਼ੀ, ਲੋਕ ਸਾਰੇ ਕੰਮ ਛੱਡ ਕੇ ਵਿਦੇਸ਼ਾਂ ਤੋਂ ਵੀ ਆ ਜਾਂਦੇ ਨੇ, ਪਰ ਸਤਿਗੁਰੂ ਜੀ ਜਿਸ ਕੰਮ 'ਚ ਲੱਗੇ ਹੋਏ ਨੇ, ਗੁਰੂ ਤੇਗ ਬਹਾਦਰ ਮਹਾਰਾਜ 4 ਸਾਲ ਤੱਕ ਆਪਣੇ ਪੁੱਤਰ ਦਾ ਮੁਖੜਾ ਨਹੀਂ ਵੇਖਦੇ। ਲੋਕ ਨੌਕਰੀਆਂ ਤੱਕ ਛੱਡ ਕੇ ਆ ਜਾਂਦੇ ਨੇ ਤੇ ਸਤਿਗੁਰੂ ਕੋਈ ਨੌਕਰੀ ਨਹੀਂ ਕਰ ਰਹੇ। ਸਤਿਗੁਰੂ ਜੀ ਧਰਮ ਪ੍ਰਚਾਰ ਕਰ ਰਹੇ ਨੇ, ਮਾਨਵਤਾ ਦੇ ਭਲੇ ਵਾਸਤੇ ਵਿਚਰ ਰਹੇ ਨੇ। ਮਹਾਰਾਜ ਦੇ ਮਨ ਵਿੱਚ ਕੋਈ ਲਾਲਸਾ ਵੀ ਨਹੀਂ ਵੀ ਇੱਥੋਂ ਮੈਨੂੰ ਕੋਈ ਪ੍ਰਾਪਤੀ ਹੋਏਗੀ। ਅੰਦਰ ਕੋਈ ਚਾਹਤ ਨਹੀਂ ਹੈ ਕਿ ਇੱਥੋਂ ਮੈਨੂੰ ਕੋਈ ਪ੍ਰਾਪਤੀ ਹੋਵੇਗੀ, ਕੁਝ ਮਿਲੇਗਾ, ਸਗੋਂ ਕੁਝ ਵੰਡਣ ਦੀ ਬਿਰਤੀ ਹੈ ਮੇਰੇ ਸਤਿਗੁਰਾਂ ਦੀ। ਕਿਉਂਕਿ ਨਾਮ ਤਿਆਗਮਲ ਸੀ, ਤਿਆਗ ਤੋਂ ਤੇਗ ਬਹਾਦਰ ਹੋਇਆ ਸੀ, ਔਰ ਫਿਰ ਤੇਗ ਤੋਂ ਤਿਆਗਮਲ ਵਾਲੇ ਰਸਤੇ ਤੇ ਤੁਰ ਕੇ ਜੀਵਨ 'ਚ ਬਹੁਤ ਵੱਡਾ ਤਿਆਗ ਕੀਤਾ ਐਸੇ ਸਤਿਗੁਰ ਨੇ ਕਿ 4 ਸਾਲ ਤੱਕ ਆਪਣੇ ਪੁੱਤਰ ਦਾ ਤਿਆਗ ਕਰੀ ਰੱਖਿਆ। ਇਹ ਛੋਟੀ ਮੋਟੀ ਗੱਲ ਨਹੀਂ ਹੈ। ਇਹ ਗੱਲ ਸਾਨੂੰ ਸਮਝਾਉਂਦੀ ਹੈ
कि अपने जीवन दे विच ये परिवार, ये संसार, ये धन, ये सारियां चीज़ां होण पर सानू उपराम किवें रहना है, ये गुरु तेग बहादुर महाराज तो सिੱਖਿਆ जा सकता है। लोग की करते हैं जो घर विच पुत्र जन्म लैंदा है, लोगों के घर जाके वेखो भी किस तरीके दे नाल उत्थे सारा माहौल बदल जाता है। पर सतगुरु तो कुर्बान जाइए कि गुरु तेग बहादुर महाराज 4 साल बाद आके अपने पुत्र के दर्शन करते हैं, कुछ चिर उत्थे रुकते हैं, फिर जो आप जी उत्थों फिर प्रचार करते हुए पंजाब आ जाते हैं। गुरु तेग बहादुर महाराज, गुरु तेग बहादुर महाराज का पंजाब आ जाना और पिछों हुक्म जाने आनंदपुर साहब की धरती तो और पटना साहब तो चल के बाल गोबिंद राय सारा परिवार ते आनंदपुर साहब नूं चाले पा देने। हुण तुसीं एक गल विचारना कि वो 4-5 सालां दा जिहड़ा प्यार सी, जिहड़ा कि पटना साहब दे विच विचरदिआं बाल गोबिंद राय, माता गुजरी जी, माता नानकी जी, मामा कृपाल चंद, भाई दयाला जी, ये वो गुरु के सिख सन उस वेले, भाई रामा जी, होर कई ऐसे सिख सन जिहड़े सिख गुरु साहब जी के परिवार की सेवा च लगे हुए सन। जदों ये चिट्ठी पहुँचनी गुरु तेग बहादुर महाराज की और परिवार ने पटना निवासियों को कहा, दीवान सजया होएगा क्योंकि रोज़ सत्संगत सवेरे ते शाम दीवान सजते सन, वो तो धरती ही स्वर्ग बन गई सी। क्योंकि महाराज कहते ताहां वैकुंठ जह कीर्तन तेरा तू आपे सरदा लाए, उत्थे वैकुंठ है जिथे वाहिगुरु की सिफत सलाह, भावें वो गुरुद्वारा होवे भावें होवे घर, जिथे कि परमात्मा की सिफत सलाह वाहिगुरु जी का कीर्तन, उत्थे वैकुंठ है, उत्थे स्वर्ग है, उत्थे होर स्वर्ग की लोड़ नहीं है। हुण लोकां ने उस स्वर्ग नूं माणिया होवे, 4-5 साल सत्संगत का आनंद माणिया होवे, रौनकां देखिया होण, रोज़ दे लंगर चलते होने ने उत्थे, रोज़ सत्संगत का हड़ लगता होना उत्थे, जदों सत्संगत हुंदी सी दीवान सजदे सन। पर उन्हां सारियां दा जिन्हां दे सदके दीवान सज रहे सन, उन्हां दा सारे इत्थों धरती तो पंजाब नूं कूच कर जाना। उन्हां लोकां नूं पुछ के वेखो, तुहाडे विचों सत्संगी जदों जिहड़े सत्संगत करते हैं, एक दिन भी ना आण ते अगले दिन या उस दिन ही शाम तक बड़ा महसूस होंदा भी अज असीं कोई गवा के बैठे हुए हैं, अज असीं गुरुद्वारे नहीं जा सके, अज असीं मत्था नहीं टेक सके। यह होंदा ना तुहाडे मन च, जे एक दिन भी ना आओ ना, एक दिन कुरलाहट पैदा हुंदी है अंदर भी अज साडा कुछ गवाचिया होया, ऐसी कोई चीज़ साडे अंदरों गवाची हुई है जिहड़ी सानूं प्राप्त नहीं हुई। ते जिन्हां ने 6 साल बिना नागे तो सत्संग का आनंद माणिया होवे ते उन्हां नूं इह गल कह देनी कि अज असीं चले जाना है, उन्हां दे रो रो के बुरे हाल सन। क्योंकि सत्संगत का एक अपना आनंद होया करदा है, उन्हां दा उत्थों चले जाना, सच जानना सत्संगत वास्ते पंडित शिवदत्त वर्गे, फतेहचंद मैणी दी राणी, राजा ते राणी वास्ते उत्थे दे जो नवाब रहीम बख्श, करीम बख्श वर्गे जिहड़े सन, उन्हां दे दिलां नूं पुछ के वेखो कि कुछ होण लग पिया सी उन्हां नूं। मैं तो अपने जीवन काल च ये देखिया, वो तो गुरु साहब जी का परिवार सी। मैं 5 साल ड्यूटी की सी रोपड़, ते जदों ड्यूटी करके मैं आन लग्या सी, सारी संगत रो रही सी। मैं बड़ा हैरान सी भी 5 सालों के नाल कथा करन दे नाल संगत दे नाल इतना प्यार पै जाना और मेरे जान तो संगत का इतना रोना। मैं उस वाक्य नूं फिर चेते करदा हुंदा भी सच्चे पातशाह जदों तुसीं उत्थों तुरे होवोगे तो लोकां दा की हाल होना है। मैं आम बंदा है, तुहाडे वर्गा है, पर वो गुरु परिवार सी। उन्हां दे विचों भाई दयाला जी वर्गे जिहड़े कि चांदनी चौक दे विच देग च उबाला खा गए, ऐसी चढ़दी कला वाले सिंह सन, ऐसी समाधिलीन लोग सन उस सत्संगत दे विच। उन्हां दा जदों पटना साहब तो आना, उन्हां लोकां दी हालत की होनी है। पर गुरु साहब जी ने भरवासा दिता, किसी नूं निराश नहीं किया। एक बार उच्चारण करो, सतनाम। मेरे सतगुरु ने किसी नूं निराश नहीं किया, किसी नूं अपनी कटार दिती, किसी नूं अपनी पोशाक दिती, किसी नूं अपनी तलवार दिती। महाराज ने हर एक नूं कुछ ना कुछ दे के मेरे सतगुरु ने निवाजिया।
ਔਰ ਇੱਕ ਗੱਲ ਆਖੀ ਵੀ ਅਸੀਂ ਚਲੇ ਜਾਵਾਂਗੇ, ਪਰ ਜਿਸ ਤਰ੍ਹਾਂ ਸਤਸੰਗ ਹੁੰਦਾ ਇੱਥੇ, ਇਸ ਤਰ੍ਹਾਂ ਹੀ ਚੱਲਦਾ ਰੱਖਣਾ। ਔਰ ਫਤਿਹ ਚੰਦ ਮੈਣੀ ਰਾਣੀ ਨੂੰ ਕਿਹਾ ਕਿ ਜਿਸ ਦਿਨ ਤੈਨੂੰ ਆਪਣੇ ਪੁੱਤਰ ਦੀ ਯਾਦ ਆਵੇ ਨਾ, ਤਾਂ ਇੱਕ ਕੰਮ ਕਰੀ ਕਿ ਇਸ ਤਰ੍ਹਾਂ ਬੱਚਿਆਂ ਨੂੰ ਸੱਦ ਕੇ ਨਾ ਲੰਗਰ ਛਕਾਵੀਂ, ਉਹਨਾਂ ਵਿੱਚ ਬੈਠਾ ਹੋਇਆ ਤੈਨੂੰ ਤੇਰਾ ਪੁੱਤਰ ਬਾਲ ਗੋਬਿੰਦ ਰਾਏ ਨਜ਼ਰ ਆਵੇਗਾ। ਉਹਨਾਂ ਦੇ ਵਿੱਚੋਂ ਤੈਨੂੰ ਤੇਰਾ ਪੁੱਤਰ ਨਜ਼ਰ ਆਵੇਗਾ। ਆਪਣੀ ਪੁਸ਼ਾਕ ਉਤਾਰ ਕੇ ਤੁਰਨ ਲੱਗਿਆ ਦੂਜੀ ਪੁਸ਼ਾਕ ਪਾਣੀ, ਜਿਹੜੀ ਪੁਸ਼ਾਕ ਸਰੀਰ ਤੇ ਪਾਈ ਉਹ ਉਸ ਰਾਣੀ ਨੂੰ ਦੇ ਦੇਣੀ ਕਿ ਮਾਂ ਇਹ ਤੇਰੇ ਪੁੱਤਰ ਦੀ ਪੁਸ਼ਾਕ ਹੈ, ਇਹਨੂੰ ਵੇਖ ਕੇ, ਆਪਣੇ ਪੁੱਤਰਾਂ ਨੂੰ ਕੱਪੜਿਆਂ ਨੂੰ ਵੇਖ ਕੇ ਤੂੰ ਜੀ ਸਕਦੀ ਹੈਗੀ। ਇਹ ਮੇਰੇ ਸਤਿਗੁਰੂ ਜੀ ਦਾ ਉੱਥੇ ਕਮਾਲ ਦਾ ਵਾਕਿਆ ਸੀ ਕਿ ਜਦੋਂ ਸਤਿਗੁਰੂ ਨੇ ਸਾਰਿਆਂ ਨੂੰ ਨਿਵਾਜਿਆ। ਇੱਕ ਹੋਰ ਬੇਨਤੀ ਕਰਾਂ, ਅਸਲ ਵਿੱਚ ਪਿਆਰ ਵਿੱਚ ਦਿੱਤੀ ਹੋਈ ਜਿਹੜੀ ਚੀਜ਼ ਹੈ ਨਾ, ਕੋਈ ਜਿਹਨੂੰ ਆਪਾਂ ਗਿਫਟ ਕਹਿੰਦੇ ਆ, ਉਸ ਤੋਂ ਵੱਡੀ ਹੋਰ ਕੋਈ ਚੀਜ਼ ਇੱਕ ਮਿੱਤਰ ਨੂੰ ਦੂਜੇ ਮਿੱਤਰ ਵਾਸਤੇ ਨਹੀਂ ਹੁੰਦੀ। ਪਿਆਰ ਦੀ ਨਿਸ਼ਾਨੀ ਸਭ ਤੋਂ ਵੱਡੀ ਹੁੰਦੀ। ਗੁਰੂ ਸਾਹਿਬ ਜੀ ਨੇ ਆਪਣੇ ਪਿਆਰ ਦੀਆਂ ਨਿਸ਼ਾਨੀਆਂ ਪਟਨਾ ਸਾਹਿਬ ਦੇ ਵਿੱਚ ਛੱਡੀਆਂ, ਆਪਣੇ ਪਿਆਰ ਦੀਆਂ ਨਿਸ਼ਾਨੀਆਂ। ਇੱਕ ਹੋਰ ਬੇਨਤੀ ਕਰਾਂ ਕਿ ਗੁਰੂ ਸਾਹਿਬ ਨੇ ਪੂਰੀ ਜ਼ਿੰਦਗੀ ਆਪਣੇ ਪਿਆਰ ਦੀਆਂ ਨਿਸ਼ਾਨੀਆਂ ਸਾਨੂੰ ਦਿੱਤੀਆਂ, ਤੇ ਅਜੇ ਸਾਡੇ ਕੋਲ ਕੇਸ ਨੇ ਨਾ, ਸਾਡੇ ਕੋਲ ਪੰਜ ਕਕਾਰੀ ਵੜਦੀ ਹੈ, ਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿਆਰ ਦੀ ਨਿਸ਼ਾਨੀ ਹੈ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਇਹ ਗੱਲ ਵੱਖਰੀ ਹੈ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਦਿੱਤਾ ਗਿਫਟ ਭੁੱਲ ਬੈਠੇ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦਿੱਤਾ ਹੋਇਆ ਗਿਫਟ ਨਾ ਅਸੀਂ ਭੁੱਲ ਬੈਠੇ ਹਾਂ। ਕਿਰਪਾਨਾਂ ਸਾਡੇ ਸਰੀਰ ਤੋਂ ਲੱਥ ਗਈਆਂ, ਕੰਘੇ ਸਾਡੇ ਸਰੀਰ ਤੋਂ ਲੱਥ ਗਏ, ਕਛਹਿਰੇ ਸਾਡੇ ਸਰੀਰ ਤੇ ਨਹੀਂ, ਕੜੇ ਸਾਡੇ ਹੱਥਾਂ ਵਿੱਚ ਨਹੀਂ। ਇਹ ਪਿਆਰ ਦੀਆਂ ਨਿਸ਼ਾਨੀਆਂ ਨੇ। ਇਹ ਗਿਫਟ ਹੈ ਖਾਲਸਾ ਪੰਥ ਨੂੰ ਦਿੱਤਾ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ, ਕਿਸੇ ਪ੍ਰੇਮੀ ਦਾ ਦਿੱਤਾ ਗਿਫਟ ਅਸੀਂ ਡਰਾਇੰਗ ਰੂਮ 'ਚ ਸਜਾ ਕੇ ਰੱਖਦੇ ਹਾਂ, ਔਰ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਆਪ ਵਾਰ ਕੇ ਸਾਨੂੰ ਇਹ ਗਿਫਟ ਦਿੱਤਾ, ਆਪਣੇ ਪਿਤਾ ਨੂੰ ਵਾਰ ਕੇ ਇਹ ਗਿਫਟ ਦਿੱਤਾ, ਉਹ ਸਾਡੇ ਕੋਲੋਂ ਸੰਭਾਲਣਾ ਹੋਇਆ। ਸਾਨੂੰ ਖੁਸ਼ੀ ਹੋਣੀ ਚਾਹੀਦੀ ਸੀ ਕਿ ਗੁਰੂ ਸਾਹਿਬ ਜੀ ਨੇ ਇਹ ਜਿਹੜੀ ਦਾਤ ਦਿੱਤੀ ਹੈ ਨਾ, ਆਪਣੇ ਪਿਤਾ ਨੂੰ ਵਾਰਨ ਤੋਂ ਬਾਅਦ ਖਾਲਸਾ ਪੰਥ ਸਾਜਿਆ ਸੀ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਵੀ ਮੈਂ ਐਸਾ ਪੰਥ ਸਜਾਵਾਂਗਾ ਜਿਹੜਾ ਪਤਾ ਲੱਗੇ ਸੰਸਾਰ ਨੂੰ ਵੀ ਇਹ ਖਾਲਸਾ ਪੰਥ ਹੈ, ਲੱਖਾਂ ਵਿੱਚ ਖੜਿਆ ਹੋਵੇਗਾ, ਉਹ ਵੱਖਰੀ ਪਹਿਚਾਣ ਦਾ ਮਾਲਕ ਹੋਏਗਾ। ਸਾਨੂੰ ਆਪਣੀ ਪਹਿਚਾਣ ਦਿੱਤੀ ਸਤਿਗੁਰ ਨੇ, ਆਪਣੀ ਪਹਿਚਾਣ ਦਿੱਤੀ ਸਤਿਗੁਰ ਨੇ। ਉੱਥੋਂ ਸਤਿਗੁਰੂ ਜੀ ਤੁਰਦੇ ਨੇ, ਸੰਗਤਾਂ ਨਾਲ ਤੁਰਦੀਆਂ, ਐਡਾ ਪਿਆਰ ਹੈ ਸਤਿਗੁਰੂ ਜੀ ਨਾਲ। 14 ਕੋਹ ਪਟਨਾ ਸਾਹਿਬ ਤੋਂ ਦਾਨਾਪੁਰ, ਜਿੱਥੇ ਕਿ ਕੁਰਸੀ ਮਾਈ ਇੱਕ ਰਹਿੰਦੀ ਸੀ, ਬ੍ਰਧ ਮਾਤਾ, ਉਹ ਗੁਰੂ ਸਾਹਿਬ ਜੀ ਨੂੰ ਯਾਦ ਕਰਦੀ ਸੀ। ਉਸਦੇ ਕੋਲ ਵੀ ਖਬਰਾਂ ਹੋਣਗੀਆਂ ਵੀ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਹੋਇਆ ਇੱਥੇ, ਗੁਰੂ ਤੇਗ ਬਹਾਦਰ ਮਹਾਰਾਜ ਦੇ ਸਪੁੱਤਰ ਨੇ, ਗੁਰ ਪਰਿਵਾਰ ਦੇ ਵਿੱਚੋਂ ਨੇ, ਤੇ ਮਨ ਵਿੱਚ ਇੱਛਾ ਸੀ ਕਿ ਮੈਂ ਵੀ ਕਿਤੇ ਦਰਸ਼ਨ ਕਰਾਂ। ਮੈਂ ਕਹਿੰਦਾ ਮੇਰਾ ਸਤਿਗੁਰ ਐਡਾ ਅੰਤਰਜਾਮੀ ਹੈ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਸਤਿਗੁਰ ਜੀ ਉੱਥੇ ਦਰਸ਼ਨ ਦੇਣ ਵਾਸਤੇ ਜਾਂਦੇ ਮਾਈ ਨੂੰ। ਮਾਈ ਨਹੀਂ ਆ ਸਕਦੀ ਨਾ, ਲੈ ਅਸੀਂ ਆ ਗਏ ਤੇਰੇ ਕੋਲ, ਤੂੰ ਨਹੀਂ ਸੀ ਆ ਸਕਦੀ ਨਾ। ਇਹ ਸਾਡੇ ਅੰਦਰ ਭਾਵਨਾ ਚਾਹੀਦੀ। ਉਹ ਸਿੱਖ ਦੇ ਰੂਪ ਵਿੱਚ ਹੀ ਸਾਨੂੰ ਦਰਸ਼ਨ ਦੇ ਸਕਦਾ ਹੈ, ਉਹ ਕਿਸੇ ਵੀ ਰੂਪ ਦੇ ਵਿੱਚ ਸਾਨੂੰ ਦਰਸ਼ਨ ਦੇ ਸਕਦਾ ਹੈ। ਹੁਣ ਉੱਥੇ ਦਰਸ਼ਨ ਦੇਣਾ ਤੇ ਉਸਦਾ ਪਿਆਰ ਦੇਖੋ। ਉਹਦੇ ਕੋਲ ਥੋੜੇ ਜਿਹੇ ਚੌਲ ਸਨ, ਖਿਚੜੀ ਬਣਾਈ, ਸੰਗਤ ਵੇਖੀ ਤੇ ਡਰ ਗਈ ਵੀ ਇਹ ਸਾਰੀ ਸੰਗਤ 'ਚ ਕਿਵੇਂ ਪੂਰੀ ਪਏਗੀ, ਐਡੀ ਸੰਗਤ ਸਤਿਗੁਰੂ ਜੀ ਦੇ ਨਾਲ। ਪਿਆਰ ਵਾਲੋ ਸੱਚ ਜਾਣਨਾ, ਗੁਰੂ ਸਾਹਿਬ ਜੀ ਦੀ ਨਜ਼ਰ ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁੱਖ ਵਿਦਾਰਿਓ। ਸਤਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ, ਉਹ ਖਿਚੜੀ ਨਾ ਮੁੱਕੀ, ਲੰਗਰ ਚੱਲਦੇ ਰਹੇ। ਇੱਕ ਵਾਰੀ ਉਚਾਰਨ ਕਰੋ ਸਤਨਾਮ। ਐਡੀ ਬਰਕਤ ਹੋ ਗਈ ਇਸ ਦੇ ਵਿੱਚ। ਕਈ ਕਹਿੰਦੇ ਨੇ ਨਾ ਇਹ ਤੁਹਾਡੇ ਲੰਗਰਾਂ 'ਚ ਬਰਕਤਾਂ ਕਿੱਥੋਂ? ਮੈਂ ਬੇਨਤੀ ਕਰਾਂ, ਗੁਰੂ ਨਾਨਕ ਦੀ ਕਿਰਪਾ ਵਰਤਦੀ ਹੈ। ਮੇਰਾ ਗੁਰੂ ਨਾਨਕ ਨਾਲ ਵਰਤਦਾ ਹੈ ਲੰਗਰ ਦੇ, ਉਹਦੀ ਕਿਰਪਾ ਨਾਲ ਵਰਤਦੀ ਹੈ। ਤੁਸੀਂ ਵੇਖੋ ਨਾ, ਉਸ ਤਰ੍ਹਾਂ ਸਾਡੇ ਘਰ 'ਚ ਕੋਈ ਪਾਰਟੀ ਹੁੰਦੀ ਹੈ, ਲੰਗਰ ਨਾ ਹੋਵੇ, ਆਖਿਰ ਦੇਖਦੇ ਅਸੀਂ ਕਈ ਵਾਰੀ ਮੁੱਕ ਜਾਂਦਾ ਹੈ, ਪਰ ਜਦੋਂ ਲੰਗਰ ਹੋਵੇ ਤੇ ਗੁਰੂ ਦੀ ਐਡੀ ਬਰਕਤਾਂ ਕਿ 100 ਬੰਦੇ ਹੋਰ ਵੱਧ ਛੱਕ ਕੇ ਚਲੇ ਜਾਂਦੇ ਨੇ। ਇਹ ਗੁਰੂ ਸਾਹਿਬ ਦੀ ਬਰਕਤ ਨਾਲ ਜੁੜੀ ਹੋਈ ਹੈ, ਉੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਜੁੜੀ ਹੋਈ ਹੈ। ਉੱਥੋਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰਸਤੇ ਵਿੱਚ ਆਉਣਾ, ਥਾਂ ਥਾਂ ਤੇ ਪ੍ਰਚਾਰ ਕਰਦੇ ਆਉਣਾ।
ਔਰ ਮੈਂ ਬੇਨਤੀ ਕਰਾਂ ਕਿ 6 ਸਾਲ ਦੀ ਆਰਜਾ ਦੇ ਵਿੱਚ ਸਤਿਗੁਰੂ ਜੀ ਉਸ ਵੇਲੇ ਜਦੋਂ ਪ੍ਰਚਾਰਕ ਦੌਰੇ ਤੇ ਨਿਕਲੇ, ਗੁਰੂ ਸਾਹਿਬ ਪ੍ਰਚਾਰ ਕਰ ਰਹੇ ਨੇ ਤੇ ਬਾਲ ਗੋਬਿੰਦ ਰਾਏ ਜੀ ਦੀਆਂ ਗੱਲਾਂ ਦਾ ਐਡਾ ਅਸਰ ਹੈ ਲੋਕਾਂ ਦੇ ਉੱਤੇ। ਜਿਹੜੀ ਗੱਲ ਆਖਦੇ ਨੇ ਲੋਕ ਧਿਆਨ ਨਾਲ ਸੁਣਦੇ ਵੀ ਨੇ, ਮੰਨਦੇ ਵੀ ਨੇ। ਬੱਚਿਆਂ ਦਾ ਆਖਿਆ ਛੇਤੀ ਪ੍ਰਵਾਨ ਹੁੰਦਾ ਹੈ, ਉਹਨਾਂ ਦੀ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਜਾਂਦਾ। ਪਿਆਰ ਵਾਲਿਓ, ਮੇਰੇ ਸਤਿਗੁਰੂ ਜੀ ਥਾਂ ਥਾਂ ਤੇ ਵਿਚਰਦੇ ਹੋਏ ਬਨਾਰਸ ਵਿੱਚ ਆਉਂਦੇ ਨੇ। ਉੱਥੇ ਸੰਗਤਾਂ ਆਉਂਦੀਆਂ ਨੇ, ਉੱਥੋਂ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਆ ਕੇ ਮਿਲੇ, ਵਿਚਾਰ ਵਟਾਂਦਰੇ ਹੋਏ, ਸਿੱਖਾਂ ਨੂੰ ਜ਼ਿੰਮੇਵਾਰੀਆਂ ਲਾਈਆਂ ਵੀ ਭਾਈ ਤੁਹਾਡੀ ਇੱਥੇ ਡਿਊਟੀਆਂ ਨੇ ਤੇ ਤੁਸੀਂ ਇਸ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰੋ। ਉੱਥੋਂ ਗੁਰੂ ਸਾਹਿਬ ਜੀ ਪ੍ਰਯਾਗ ਆਉਂਦੇ ਨੇ, ਇਲਾਹਾਬਾਦ ਆਉਂਦੇ ਨੇ, ਲਖਨਊ, ਕਾਨਪੁਰ, ਇਹ ਸਾਰੇ ਸਥਾਨ ਗੁਰੂ ਸਾਹਿਬ ਜੀ ਵਿਚਰੇ। ਬਾਲ ਗੋਬਿੰਦ ਰਾਏ ਜੀ, ਮਾਤਾ ਗੁਜਰੀ, ਮਾਤਾ ਨਾਨਕੀ ਜੀ ਤੇ ਸਿੱਖਾਂ ਦੇ ਨਾਲ ਇਹ ਸਾਰੇ ਇਲਾਕਿਆਂ ਦੇ ਵਿੱਚ ਗੁਰੂ ਸਾਹਿਬ ਜੀ ਦਾ ਜਾ ਕੇ ਔਰ ਸਿੱਖੀ ਦਾ ਪ੍ਰਚਾਰ ਕਰਨਾ, ਲੋਕਾਂ ਨੂੰ ਸਾਥ ਦੇਣਾ। ਉਸ ਵੇਲੇ ਸਹਿਮੇ ਡਰੇ ਲੋਕਾਂ ਦੇ ਮਨ ਵਿੱਚ ਜੋ ਔਰੰਗਜ਼ੇਬ ਦਾ ਖੌਫ ਸੀ ਨਾ, ਜਿਸ ਨਗਰ ਦੇ ਵਿੱਚ ਵੀ ਬਾਲ ਗੋਬਿੰਦ ਰਾਏ ਨੇ ਆਪਣਾ ਕਦਮ ਰੱਖਿਆ ਨਾ, ਉਹਨਾਂ ਦੇ ਜੀਵਨ ਵਿੱਚੋਂ ਸਤਿਗੁਰੂ ਨੇ ਡਰ ਖਤਮ ਕਰ ਦਿੱਤਾ। ਇਸ ਤਰ੍ਹਾਂ ਵਿਚਰਦੇ ਵਿਚਰਦੇ ਸਾਰੀਆਂ ਥਾਵਾਂ ਤੇ ਨਾਨਕ ਮਤਾ ਸਾਹਿਬ ਵੀ ਗਏ ਸਤਿਗੁਰੂ। ਬਾਲ ਗੋਬਿੰਦ ਰਾਏ ਜੀ ਨੇ ਨਾਨਕ ਮਤਾ ਵੀ ਦੇਖਿਆ। ਉੱਥੋਂ ਸਤਿਗੁਰੂ ਜੀ ਫਿਰ ਹੋਰ ਪਾਸੇ ਹੁੰਦੇ ਹਰਿਦੁਆਰ ਤੱਕ ਜਾਂਦੇ। ਹਰਿਦੁਆਰ ਤੋਂ ਫਿਰ ਸਤਿਗੁਰੂ ਵਾਪਸ ਆਉਂਦੇ ਨੇ, ਜਗਾਦਰੀ ਹੁੰਦੇ ਹੋਏ ਫਿਰ ਪੰਜਾਬ ਅਨੰਦਪੁਰ ਸਾਹਿਬ ਪਹੁੰਚਦੇ। ਅੰਬਾਲੇ ਦੇ ਲਾਗੇ 2 ਮਹੀਨੇ ਆਪ ਜੀ ਦਾ ਨਾਨਕਾ ਪਰਿਵਾਰ ਹੈ, ਉੱਥੇ 2 ਮਹੀਨੇ ਆਪ ਜੀ ਰਹਿੰਦੇ ਨੇ। ਉੱਥੋਂ ਰਹਿਣ ਤੋਂ ਬਾਅਦ ਸਤਿਗੁਰੂ ਜੀ ਦਾ ਹੁਕਮ ਆਉਂਦਾ ਤੇ ਸਤਿਗੁਰੂ ਜੀ ਉੱਥੋਂ ਫਿਰ ਅਨੰਦਪੁਰ ਸਾਹਿਬ ਜਾਂਦੇ ਨੇ, ਕੀਰਤਪੁਰ ਸਾਹਿਬ ਰੁਕਦੇ। ਅਨੰਦਪੁਰ ਸਾਹਿਬ ਜਾ ਕੇ ਔਰ ਗੁਰੂ ਪਿਤਾ ਜੀ ਦਾ ਹੁਣ ਦੂਜਾ ਮਿਲਾਪ ਹੈ। ਪਹਿਲਾ ਮਿਲਾਪ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ, ਦੂਜਾ ਮਿਲਾਪ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਤੇ। ਇਸ ਦਾ ਨਾਮ ਸੀ ਉਸ ਵੇਲੇ ਨਾਨਕੀ ਚੱਕ, ਮਾਖੋਵਾਲ ਦੀ ਇਹ ਧਰਤੀ। ਔਰ ਜਦੋਂ 6 ਸਾਲ ਤੋਂ ਕੁਝ ਵੱਧ ਉਮਰ, ਉਸ ਵੇਲੇ ਜਦੋਂ ਸਤਿਗੁਰੂ ਜੀ ਅਨੰਦਪੁਰ ਸਾਹਿਬ ਆ ਜਾਂਦੇ ਹਨ, ਆਓ ਕਿ 6 ਔਰ 7 ਸਾਲ ਦੇ ਵਿਚਕਾਰ ਦੀ ਆਪ ਜੀ ਉਮਰ ਹੈ। ਅਨੰਦਪੁਰ ਸਾਹਿਬ ਪਹੁੰਚਦੇ ਨੇ। ਅਨੰਦਪੁਰ ਸਾਹਿਬ ਜਾ ਕੇ ਦੇਖਦੇ ਨੇ ਕਿ ਬੜੀਆਂ ਰੌਣਕਾਂ ਲੱਗੀਆਂ, ਸੰਗਤਾਂ ਦਰਸ਼ਨਾਂ ਨੂੰ ਆ ਰਹੀਆਂ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਮੱਥਾ ਟੇਕਣ ਲੱਗੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ। ਮੱਥਾ ਟੇਕ ਕੇ ਗੱਲ ਪੁੱਛੀ ਸਤਿਗੁਰੂ ਨੇ ਵੀ ਇੱਥੇ ਆ ਕੇ ਗੁਰੂ ਹਜ਼ੂਰੀ ਵਿੱਚ ਕਿੱਦਾਂ ਲੱਗਿਆ। ਤੇ ਇੱਕ ਗੱਲ ਕਹਿਣੀ ਕਿ ਇੱਥੇ ਆ ਕੇ ਮੱਥਾ ਟੇਕ ਕੇ ਤੇ ਸੱਚ ਤਾਂ ਇਹ ਹੈ ਕਿ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ। ਮੈਨੂੰ ਸਤਿਗੁਰ ਮਿਲ ਗਿਆ, ਕਹਿੰਦੇ ਆਨੰਦ ਨਾਲ ਮੈਂ ਗਦਗਦ ਹੋ ਗਿਆ। ਉਸ ਦਿਨ ਸਤਿਗੁਰੂ ਜੀ ਨੇ ਨਾਨਕੀ ਚੱਕ ਦਾ ਨਾਮ ਅਨੰਦਪੁਰ ਸਾਹਿਬ ਰੱਖ ਦਿੱਤਾ। ਕੁਝ ਇਤਿਹਾਸਕਾਰ ਲਿਖਦੇ ਨੇ ਕਿ ਆਨੰਦ ਸਾਹਿਬ ਦਾ ਪੂਰਾ ਪਾਠ ਸੁਣਾਇਆ ਸਤਿਗੁਰੂ ਜੀ ਨੇ। ਔਰ ਆਖਿਆ ਕਹਿੰਦੇ ਜੋ ਸਤਿਗੁਰੂ ਨੂੰ ਮਿਲ ਕੇ ਨਾ ਆਨੰਦ ਦੀ ਪ੍ਰਾਪਤੀ ਹੋ ਗਈ। ਉੱਥੋਂ ਫਿਰ ਸਤਿਗੁਰੂ ਜੀ ਵਿਚਰਦੇ ਨੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਪਿਆਰ ਵਾਲਿਓ। ਔਰ ਉਸ ਧਰਤੀ ਤੇ ਵਿਚਰਦੇ ਹੋਇਆਂ ਸਤਿਗੁਰੂ ਜੀ ਨੂੰ ਹਰ ਇੱਕ ਕਲਾ ਉਹ ਸਿਖਾਈ ਜਾਂਦੀ ਹੈ। ਭਾਵੇਂ ਬਹੁਤ ਸਾਰੀਆਂ ਕਲਾਵਾਂ ਆਪ ਨੂੰ ਆਉਂਦੀਆਂ ਨੇ, ਹਰ ਇੱਕ ਕਲਾ ਦੇ ਪਹਿਲਾਂ ਵੀ ਬੜੇ ਮਾਹਿਰ ਨੇ, ਪਰ ਸਤਿਗੁਰ ਵਿਸ਼ੇਸ਼ ਤੌਰ ਤੋਂ ਪਾਠਸ਼ਾਲਾ, ਧਰਮਸ਼ਾਲਾ ਔਰ ਤੁਸੀਂ ਵੇਖੋ ਮਦਰਸਾ, ਇਹ ਸਾਰੇ ਹੀ ਅਨੰਦਪੁਰ ਸਾਹਿਬ ਦੇ ਵਿੱਚ ਪਹਿਲਾਂ ਹੀ ਚੱਲ ਰਹੇ ਸਨ। ਇਹਨਾਂ ਦੇ ਵਿੱਚ ਬਾਲ ਗੋਬਿੰਦ ਰਾਏ ਜੀ ਨੂੰ ਪੜ੍ਹਨ ਵਾਸਤੇ ਭੇਜਿਆ ਜਾਂਦਾ ਹੈ। ਸਤਿਗੁਰ ਉੱਥੇ ਜਾ ਕੇ ਪੜ੍ਹਦੇ ਨੇ। ਇੱਕ ਗੱਲ ਯਾਦ ਰੱਖਣਾ ਜੀਵਨ ਵਿੱਚ, ਇੱਕ ਤਾਂ ਗੁਰੂ ਨਾਨਕ ਦਾ ਜਿਹੜਾ ਘਰ ਹੈ ਉਹ ਪ੍ਰੈਕਟੀਕਲ ਘਰ ਹੈ। ਇਹ ਗੱਲ ਵੱਖਰੀ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਵੀ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਜੋੜ ਦਿੱਤੀਆਂ ਵੀ ਗੁਰੂ ਨਾਨਕ ਪਾਤਸ਼ਾਹ ਤਾਂ ਪਾਂਧੇ ਨੂੰ ਪੜ੍ਹਨ ਵਾਸਤੇ ਕਿ ਪਾਂਧੇ ਨੂੰ ਪੜ੍ਹਾ ਕੇ ਆ ਗਏ, ਪਰ ਪਾਂਧੇ ਕੋਲ ਸਤਿਗੁਰ ਪੜ੍ਹੇ ਜ਼ਰੂਰ। ਜੋ ਪਾਂਧੇ ਨੂੰ ਨਹੀਂ ਸੀ ਆਉਂਦਾ ਉਹ ਸਤਿਗੁਰੂ ਜੀ ਨੇ ਉੱਥੇ ਸਾਂਝਾ ਕੀਤਾ।
जो पांदे का जीवन होना चाहिए सी, जो करैक्टर होना चाहिए सी, वो सतगुरु ने साझा किया भी जीवन ये होना चाहिए। जिथे तुसी विद्या देंदे हो, विद्या देने वाले का जीवन ये होना चाहिए। बस इतनी गल सी उत्थे। जिहड़ा विद्या देने वाला ना, उसकी एक बहुत बड़ी जिम्मेवारी है, बहुत बड़े फर्ज ने। सतगुरु ने कहा यह फर्ज तुहाडा होना चाहिए। भावें वो पंडित गोपाल सी, पंडित ब्रजलाल सी, भावें मौलाना कुतुबुद्दीन सी, जितने भी वो होए गुरु साहब जी, गुरु नानक पातशाह के उस्ताद, उन्होंने एक गल उत्थे समझाई सी। कहते तुहाडे अपने फर्ज की ने, तुहाडा जीवन किदां दा होना चाहिए, तुहाडी पदवी कितनी वड्डी है। तुसी विद्यक गुरु हो, उस्ताद हो तुसी, ते उस्ताद का जीवन होना चाहिए निर्लेप। वो निर्लेपता सतगुरु ने अपनी बाणी राही उन्होंने समझाई सी। गुरु गोबिंद सिंह महाराज आनंदपुर साहब दे विच आके सारियां भाषावां पढ़ते हैं। एक दास बेनती फिर करे कि गुरु गोबिंद सिंह महाराज बचपन दे विच माँ बोली माता गुजरी तो सिखते हैं गुरमुखी, जिन्हों आप पंजाबी कहते हैं, वैसे गुरमुखी भाषा है साडी। गुरमुखी जिहड़ी है वो माँ बोली जिहड़ी है वो सिखते हैं माता गुजरी जी तो। सतगुरु जी नूं बिहारी आउंदी है, जिन्हां बच्चों खेडते हैं उन्हां कोलों सिखते हैं बिहारी भाषा, उत्थे दी लोकल जो लैंगुएज सी वो सिखते सतगुरु। आनंदपुर साहब दे विच आके फारसी सिखनी, अरबी सिखनी, आनंदपुर साहब दे विच आके संस्कृत सिखनी, गुरु साहब जी ने ब्रज भाषा सीखी, गुरु साहब जी ने गुरु ग्रंथ साहब जी का सहज पाठ, ये सारिया चीज़ां सीखियां। हाँ, ये गल जरूर सी कि ये याद रखना कि जिहड़े मन परमात्मा की भगती विच रहिंदे ने, जिहड़े बच्चे सत्संगत च रहिंदे ने, उन्हां नूं ये चीज़ां छेती सुखालियां कंठ हो जांदियां। ये नहीं कि उन्हां कोल कोई जादू हुंदा है, मैजिक नहीं हुंदा उन्हां कोल कोई। उन्हां कोल मैजिक उन्हां दा यही है कि उन्हां दा मन टिकाऊ च रहिंदा है, उन्हां दा मन टिकाऊ विच रहिंदा है, उन्हां दा मन सहज विच रहिंदा है। सत्संगत की बरकत दे नाल उन्हां दा मन खिड़दा नहीं आसे पासे विकारां विच, रूप रंग दे विच, संसार दे विच वो एकागर हुंदे ने। इस करके असीं देखदे कि जिहड़ा सत्संगी बच्चा होएगा ना, वो छोटी उम्र विच बहुत सारियां बाणियां कंठ कर लैंदा है। छोटी उम्र दे विच उसनूं बहुत कुछ याद हो जाता है, बहुत सारियां चीज़ां दे विच अपनी पकड़ बना लैंदा। सतगुर की पकड़ सी, सारियां भाषावां सिखियां। गुरु साहब अपने उस्तादां दा अत दा सत्कार करते सन। और इस गल तो एक सानूं सीखना चाहिए कि सिख जिहड़ा है वो एडा पढ़ा लिखा होवे कि उसनूं दुनिया की हर एक भाषा आनी चाहिए। सिख अनपढ़ नहीं चाहिए। जो लोगों की नज़र विच अज एक तरीके नाल असी कर दिता ना भी सिख ड्राइवर हुंदे ने जां सिख जिहड़े ट्रक ड्राइवर ही मिलणगे थानूं, ऐसी गल नहीं है। चाहिए तो ये सी क्योंकि सिक्खी का धर्म सिक्ख्या है और आप सिक्ख्या लैके बड़े बड़े उहदे हासिल करिए, अपने बच्चों को पढ़ाइए। साडा बहुता धन लैंगुएज के उत्ते, भाषा के उत्ते, पढ़ाई के उत्ते, उन्होंने आचरण के उत्ते खर्च होना चाहिए। गुस्ताखी माफ कर देना, साडा बहुता धन जिहड़ा ना वो लच्चरपने के उत्ते खर्च हो रहा है। कौम का बहुता पैसा चाहिए ये सी कि साडा धन बच्चों के सुधार वास्ते, उन्होंने किरदार वास्ते खर्च होना चाहिए सी। ये लहर सानू बनानी चाहिए। गुरबां दे गुरपुरब बना के तो हट जाते हैं, फिर उत्थे दे उत्थे ही गल रह जाती है। पर सानू ऐसी लहरां खड़ियां करनियां चाहिए कि सानू अपने बच्चों को समझाना चाहिए कि बेटा साडा किरदार कुछ होर है। साडे घर दे विच पढ़ाई नूं बड़ी अहमियत है। सिख अनपढ़ नहीं हो सकता, सिख अज्ञानी नहीं हो सकता। जिसदा गुरु सारी गल ही विद्या की करता है, उसका सिख जिहड़ा वो अज्ञानी किवें हो सकता है? क्योंकि गुरबाणी की सारी विचार ही यह है कि विद्या विचारी तां परोपकारी। इत्थे विचारधारा की गल है। विद्या नूं विचारना और इहदे विचों परोपकार, विद्या नूं विचारना, पढ़ना, हासिल करना और उस दे विचों फिर आपां जो डॉक्टर बन के किसी की सेवा करिए, चंगा नहीं होएगा। आप चंगे टीचर बन के समाज की सेवा करिए।
ਆਪਾਂ ਚੰਗੇ ਵਕੀਲ ਬਣ ਕੇ ਲੋਕਾਂ ਦੇ ਐਸੇ ਮਸਲੇ ਹੱਲ ਕਰੀਏ ਜਿਹੜੇ ਗਰੀਬ ਲੋਕ ਨੇ ਔਰ ਜਿਨ੍ਹਾਂ ਦੇ ਉੱਤੇ ਗਰੀਬ ਮਾਰ ਹੁੰਦੀ ਹੈ, ਇਹ ਚੰਗਾ ਨਹੀਂ ਹੋਏਗਾ ਕੌਮ ਵਾਸਤੇ। ਜਿਹੜੇ ਵਕੀਲ ਐਡੀ ਐਡੀ ਫੀਸਾਂ ਮੰਗ ਲੈਂਦੇ ਨੇ, ਗਰੀਬ ਬੰਦਾ ਜੇ ਉਹ ਸੱਚਾ ਵੀ ਹੁੰਦਾ ਤਾਂ ਵੀ ਕੇਸ ਨਹੀਂ ਲੜ ਸਕਦਾ। ਜੇ ਤੁਹਾਡੇ ਬੱਚੇ ਵਕੀਲ ਹੋਣਗੇ, ਤੁਹਾਡੇ ਬੱਚੇ ਜੱਜ ਹੋਣਗੇ, ਤੁਹਾਡੇ ਬੱਚੇ ਵੱਡੇ ਵੱਡੀ ਪਦਵੀਆਂ ਤੇ ਹੋਣਗੇ, ਤਾਂ ਤੁਸੀਂ ਸਮਾਜ ਦੇ ਅੰਦਰ ਇੱਕ ਨਵੀਂ ਕ੍ਰਾਂਤੀ ਖੜੀ ਕਰ ਸਕਦੇ ਵੀ ਸੱਚ ਜਿਹੜਾ ਉਹ ਹਮੇਸ਼ਾ ਜਿੱਤੇਗਾ। ਪਰ ਇਹ ਵਿਦਿਆ ਤੋਂ ਬਿਨਾਂ ਨਹੀਂ ਹੋਣਾ, ਇਹ ਗੱਲੀ ਬਾਤੀ ਨਹੀਂ ਹੋ ਸਕਦਾ। ਮੈਂ ਇਹ ਵੀ ਬੇਨਤੀ ਕਰਾਂ, ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੱਲੀ ਬਾਤੀ ਨਹੀਂ, ਗੁਰੂ ਤੇਗ ਬਹਾਦਰ ਮਹਾਰਾਜ ਨੇ ਵਿਸ਼ੇਸ਼ ਧਿਆਨ ਦਿੱਤਾ ਕਿ ਇਹ ਕੰਮ ਗੱਲੀ ਬਾਤੀ ਨਹੀਂ ਹੋ ਸਕਦੇ, ਇਹ ਕੰਮ ਤਾਂ ਆਪ ਕਰਕੇ ਦਿਖਾਣਾ ਪੈਣਾ। ਸਤਿਗੁਰੂ ਜੀ ਨੇ ਉਹ ਵਿਦਿਆ ਪੜ੍ਹ ਕੇ ਵਿਖਾਈ, ਸਾਰੇ ਹੁਨਰ ਜਿਹੜੇ ਸਨ ਸਤਿਗੁਰੂ ਜੀ ਨੇ ਹਾਸਲ ਕੀਤੇ। ਇਸ ਕਰਕੇ ਅਸੀਂ ਸਤਿਗੁਰੂ ਨੂੰ ਸਰਬ ਕਲਾ ਸਮਰੱਥ ਆਖਦੇ ਹਾਂ ਕਿ ਮੇਰੇ ਸਤਿਗੁਰੂ ਵਿੱਚ ਸਾਰੀਆਂ ਕਲਾਵਾਂ ਨੇ। ਹਰ ਇੱਕ ਕਲਾ ਮੇਰੇ ਸਤਿਗੁਰੂ ਨੂੰ ਆਉਂਦੀ ਸੀ, ਕੋਈ ਕਲਾ ਐਸੀ ਨਹੀਂ ਜਿਹੜੀ ਸਤਿਗੁਰੂ ਜੀ ਨੂੰ ਨਹੀਂ ਸੀ ਆਉਂਦੀ। ਔਰ ਤੁਸੀਂ ਵੇਖੋ ਕਿ 9 ਸਾਲ ਦੀ ਉਮਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਐਲਾਨ ਕਰ ਦੇਣਾ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਹਿਜ ਸੁਭਾਅ ਕਹਿ ਦੇਣਾ ਵੀ ਤੁਹਾਡੇ ਵਰਗਾ ਸੰਤ ਕੋਈ ਨਹੀਂ। ਇਹ ਉੱਥੋਂ ਸਤਸੰਗਤ ਵਿੱਚੋਂ ਨਿਕਲੀ ਹੋਈ, ਪ੍ਰਗਟ ਹੋਈ ਇੱਕ ਰੂਹਾਨੀ ਅਵਸਥਾ ਸੀ ਜਿਹੜੀ ਸਤਿਗੁਰੂ ਜੀ ਦੇ ਜੀਵਨ 'ਚ ਬਾਲ ਗੋਬਿੰਦ ਰਾਏ ਜੀ ਦੇ ਪ੍ਰਗਟ ਹੋਈ। ਇਹ ਗੱਲ ਜਾਣਦੇ ਨੇ, ਇਹ ਗੱਲ ਆਖੀ ਵੀ ਗਈ ਕਿ ਬੇਟਾ ਤੂੰ ਅਨਾਥ ਹੋ ਜਾਏਗਾ ਜੇ ਗੁਰੂ ਤੇਗ ਬਹਾਦਰ ਮਹਾਰਾਜ ਸਾਦਤ ਦਿੰਦੇ ਨੇ। ਮਾਤਾ ਗੁਜਰੀ ਜੀ ਨੂੰ ਪੁੱਛਿਆ ਗਿਆ ਤੇਰੇ ਜਿਹੜਾ ਸਿਰ ਦਾ ਸੁਹਾਗ ਹੈ ਉਹ ਨਹੀਂ ਰਹੇਗਾ, ਇਹ ਸਾਰਾ ਕੁਝ ਤੂੰ ਪ੍ਰਵਾਨ ਕਰ ਲਏਂਗੀ ਜੋ ਲੋਕ ਆਖਣਗੇ। ਮਾਤਾ ਜੀ ਦਾ ਇਹ ਕਹਿ ਦੇਣਾ ਕਿ ਮੈਂ ਪ੍ਰਵਾਨ ਕਰ ਲਾਂਗੀ, ਬਾਲ ਗੋਬਿੰਦ ਰਾਏ ਜੀ ਦਾ ਇਹ ਆਖ ਦੇਣਾ ਹਾਂ ਮੈਂ ਪ੍ਰਵਾਨ ਕਰ ਲਾਂਗਾ, ਪਰ ਮੈਂ ਨਹੀਂ ਚਾਹੁੰਦਾ ਕਿ ਲੱਖਾਂ ਬੱਚੇ ਅਨਾਥ ਹੋਣ। ਤੁਸੀਂ ਜਾ ਕੇ ਆਪਣੀ ਮਹਾਨ ਸਾਦਤ ਦਿਓ। 9 ਸਾਲ ਦੀ ਉਮਰ 'ਚ ਗੱਦੀ ਤੇ ਬਹਿੰਦੇ ਨੇ, ਗੁਰੂ ਤੇਗ ਬਹਾਦਰ ਮਹਾਰਾਜ ਦੀ ਸਾਦਤ ਹੋ ਜਾਂਦੀ ਹੈ। ਸਾਦਤ ਹੋਣ ਤੋਂ ਬਾਅਦ ਪਿਤਾ ਦਾ ਸਿਰ, ਸੀਸ ਜਿਹੜਾ ਉਹ ਹੱਥਾਂ ਵਿੱਚ ਲੈ ਕੇ ਚੁੰਮ ਕੇ ਔਰ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਸੰਸਕਾਰ ਕਰ ਦਿੱਤਾ ਜਾਂਦਾ ਹੈ। ਤੇ ਉੱਥੋਂ ਇੱਕ ਨਵੀਂ ਕ੍ਰਾਂਤੀ ਜਿਹੜੀ ਹੈ ਉਹ ਸਤਿਗੁਰੂ ਜੀ ਦੇ ਅੰਦਰ ਪ੍ਰਗਟ ਹੁੰਦੀ ਹੈ। ਸਤਿਗੁਰੂ ਜੀ ਨੇ ਹੁਣ ਇੱਕ ਗੱਲ ਵਿਚਾਰ ਲਈ ਹੈ, ਕਿਉਂਕਿ ਦਿੱਲੀ ਵਿੱਚ ਵੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ ਨਾ, ਉਸ ਵੇਲੇ ਸਿੱਖ ਵੀ ਸਨ ਜਿਹੜੇ ਕਿ ਗੁਰੂ ਨਾਨਕ ਨੂੰ ਮੱਥਾ ਟੇਕਦੇ ਸਨ, ਗੁਰੂ ਕੇ ਵਿਚਾਰਧਾਰਾ ਦੇ ਧਾਰਨੀ ਸਨ। ਔਰ ਸੱਚ ਜਾਣਨਾ ਉਹ ਵੀ ਲੋਕ ਸਨ ਜਿਹੜੇ ਲੋਕ ਉੱਥੇ ਆਪਣੀ ਜਾਨ ਤਲੀ ਤੇ ਲੈ ਕੇ ਫਿਰਦੇ ਹੋਏ, ਜਿਨ੍ਹਾਂ ਨੇ ਧੜ ਨੂੰ ਚੱਕਿਆ, ਜਿਹੜੇ ਸੀਸ ਚੱਕ ਕੇ ਲੈ ਕੇ ਗਏ ਉਹ ਵੀ ਸਨ। ਔਰ ਉਹ ਵੀ ਸਨ ਜਿਹੜੇ ਕਿ ਗੁਰੂ ਨਾਨਕ ਨੂੰ ਮੰਨਦੇ ਸਨ। ਗੁਰੂ ਸਾਹਿਬ ਜੀ ਨੇ 10ਵੇਂ ਪਾਤਸ਼ਾਹ ਨੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੰਸਕਾਰ ਕਰਨ ਤੋਂ ਬਾਅਦ ਸੀਸ ਦਾ ਇਹ ਗੱਲ ਪ੍ਰਗਟ ਕੀਤੀ ਕਿ ਮੈਨੂੰ ਉਹ ਸਿੱਖ ਨਹੀਂ ਚਾਹੀਦਾ ਜਿਹੜਾ ਗੁਰੂ ਨਾਨਕ ਨੂੰ ਮੰਨਦਾ ਹੈ, ਮੈਨੂੰ ਸਿੱਖ ਉਹ ਚਾਹੀਦਾ ਜਿਹੜਾ ਗੁਰੂ ਨਾਨਕ ਦੀ ਮੰਨਦਾ। ਇੱਕ ਵਾਰੀ ਉਚਾਰਨ ਕਰੋ ਸਤਿਨਾਮ। ਕਿਹੜਾ ਸਿੱਖ ਚਾਹੀਦਾ ਜੀ? ਜਿਹੜਾ ਗੁਰੂ ਨਾਨਕ ਦੀ ਮੰਨਦਾ ਹੈ, ਗੁਰੂ ਨਾਨਕ ਨੂੰ ਮੰਨਦਾ, ਉਹ ਸਿੱਖ ਦੀ ਸਾਨੂੰ ਲੋੜ ਨਹੀਂ ਹੈ। ਕੀ ਕਰਾਂਗੇ? ਗੁਰੂ ਨਾਨਕ ਨੂੰ ਮੰਨੀ ਜਾਏ, ਸਜਦਾ ਕਰੀ ਜਾਏ, ਪਰ ਗੁਰੂ ਨਾਨਕ ਦੀ ਨਾ ਮੰਨੇ ਤਾਂ ਉਹ ਕੁਰਬਾਨੀ ਥੋੜੀ ਕਰ ਸਕਦਾ। ਜਿਹੜਾ ਗੁਰੂ ਨਾਨਕ ਦੀ ਮੰਨੇਗਾ ਉਹ ਇਸ ਗੱਲ ਨੂੰ ਅਹਿਸਾਸ ਵਿੱਚ ਰੱਖੇਗਾ ਕਿ ਜੋ ਤੋ ਪ੍ਰੇਮ ਖਿਲੰਦ ਕਾ ਚਾਓ, ਸਿਰ ਦਰ ਤਲੀ ਗਲੀ ਮੇਰੀ ਆਓ, ਇਹ ਤੇ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ। ਉਹਨੂੰ ਅਹਿਸਾਸ ਰਹੇਗਾ ਕਿ ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋ ਸਭਨਾ ਕੀ ਰੇਨਕਾ ਤੋਂ ਆਓ ਹਮਾਰੇ ਪਾਸ। ਜਿਹੜਾ ਗੁਰੂ ਨਾਨਕ ਨੂੰ ਮੰਨਦਾ ਹੈ ਔਰ ਗੁਰੂ ਨਾਨਕ ਦੇ ਨਹੀਂ ਮੰਨਦਾ ਉਹ ਇੱਥੇ ਕਬੂਲ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਮੈਂ ਹੁਣ ਖਾਲਸੇ ਨੂੰ ਪੂਰਨ ਤੌਰ ਤੋਂ ਪ੍ਰੈਕਟੀਕਲ ਜੀਵਨ, ਜਾਂ ਇਸ ਤਰ੍ਹਾਂ ਕਹਿ ਲਵਾਂ ਕਿ 9ਵੇਂ ਪਾਤਸ਼ਾਹ ਤੱਕ ਜੋ ਥਿਉਰੀ ਨੂੰ ਬਾਰ-ਬਾਰ ਮਾਨਵਤਾ ਦੇ ਸਾਹਮਣੇ ਰੱਖਿਆ ਗਿਆ, ਉਸ ਨੂੰ ਗੁਰੂ 10ਵੇਂ ਪਾਤਸ਼ਾਹ ਪੂਰਨ ਤੌਰ ਤੋਂ ਹਰ ਇੱਕ ਗੱਲ ਦੇ ਉੱਤੇ ਪ੍ਰੈਕਟੀਕਲ। ਇਹ ਮੰਨ ਲਓ ਕਿ ਜੇ 7 ਸਬਜੈਕਟ ਨੇ ਤੇ 7 ਦਾ ਪ੍ਰੈਕਟੀਕਲ, ਗੁਰੂ ਸਾਹਿਬ ਜੀ ਨੇ ਉਸ ਨੂੰ ਪ੍ਰੈਕਟੀਕਲ ਵਿੱਚ ਲਿਆਂਦਾ ਵੀ ਸਿੱਖ ਗੁਰੂ ਘਰ ਨੂੰ ਤਾਂ ਮੰਨਦੇ ਹੈ
ਪਰ ਹੋਲੀ ਵੀ ਖੇਡਦੇ ਨੇ। ਗੁਰੂ ਸਾਹਿਬ ਨੇ ਕਿਹਾ ਨਹੀਂ, ਹੋਲਾ ਖੇਡਣਗੇ ਮੇਰੇ ਸਿੱਖ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਕੀ ਕਰਨਗੇ? ਹੋਲਾ ਖੇਡਣਗੇ ਮੇਰੇ ਸਿੱਖ। ਗੁਰੂ ਕੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਵੀ ਮੱਥਾ ਟੇਕਦੇ ਜਾਂ ਗੁਰੂ ਨਾਨਕ ਦੇ ਘਰ ਨੂੰ ਮੱਥਾ ਟੇਕਦੇ ਨੇ, ਪਰ ਇਹ ਸ਼ਨੀ ਨੂੰ ਵੀ ਮੰਨਦੇ ਨੇ। ਇਹ ਹੋਰ ਦਿਨਾਂ ਤੇ ਵੀ ਡਰਦੇ ਨੇ। ਇਹ ਵੀਰਵਾਰ ਦਾ ਕਰਮਕਾਂਡੀ ਜੀਵਨ ਵੀ ਜੀਂਦੇ ਨੇ। ਗੁਰੂ ਸਾਹਿਬ ਨੇ ਕਿਹਾ ਕਿ ਮੈਂ ਆਪਣੇ ਸਿੱਖ ਦੇ ਵਿੱਚੋਂ ਇਹ ਜਿਹੜੇ ਦੁਬਿਧਾ ਹੈ ਨਾ, ਇਹ ਦੂਰ ਕਰ ਦੇਣੀ। ਔਰ ਸਗੋਂ ਗੁਰੂ ਸਾਹਿਬ ਜੀ ਨੇ ਇੱਕ ਸ਼ਨੀ ਵਾਲੇ ਦਿਨ ਵੇਦਵੇ ਨੂੰ ਬੁਲਾ ਕੇ, ਪੰਡਤ ਨੂੰ ਬੁਲਾ ਕੇ, ਸ਼ਨੀ ਦੇ ਦਿਨ ਨੂੰ ਮੁੱਖ ਰੱਖਦਿਆਂ ਤੇ ਉਸ ਨੂੰ ਜੋ ਲੋਹਾ ਦਾਨ ਦੇ ਦਿੱਤਾ, ਮਹਾਂ ਦੀ ਦਾਲ ਤੇ ਨਾਲ ਤੇਲ ਦੇ ਦਿੱਤਾ। ਵੇਖਿਆ ਜਾ ਸਕਦੇ ਵੀ ਸਿੱਖ ਜਿਹੜੇ ਨੇ ਉਹ ਕਿਤਨੇ ਗੁਰਮਤਿ ਦੇ ਧਾਰਨੀ ਨੇ। ਵੀ ਐਸਾ ਤੇ ਨਹੀਂ ਜਿਵੇਂ ਮੈਂ ਕਰਾਂਗਾ ਉਸ ਤਰ੍ਹਾਂ ਹੀ ਸਿੱਖ ਕਰਨਗੇ। ਪਿਆਰ ਵਾਲਿਓ, ਔਰ ਸਿੱਖਾਂ ਨੇ ਅੱਗੇ ਜਾ ਕੇ ਉਸ ਵੇਦਵੇ ਕੋਲੋਂ ਉਹ ਸਾਰਾ ਸਮਾਨ ਖੋ ਲੈਣਾ। ਲੰਗਰ ਦੇ ਵਿੱਚ ਆ ਕੇ ਉਸ ਦਾਲ ਨੂੰ ਪੀ ਕੇ ਉਹਦੇ ਵੜੇ ਬਣਾ ਲੈਣੇ ਅਤੇ ਉਹਨਾਂ ਲੋਹੇ ਦੇ ਕੜੇ ਬਣਾ ਕੇ ਹੱਥਾਂ ਵਿੱਚ ਪਾ ਲੈਣੇ। ਸਤਿਗੁਰ ਬੜੇ ਖੁਸ਼ ਹੋ ਕੇ ਗਲਵਕੜੀ ਵਿੱਚ ਲੈ ਕੇ ਕਹਿੰਦੇ ਨੇ ਕਿ ਅੱਜ ਮੈਨੂੰ ਬੜੀ ਪ੍ਰਸੰਨਤਾ ਹੋਈ ਹੈ ਕਿ ਸਿੱਖ ਹੁਣ ਦੂਜੇ ਨਾਲ ਮਿਲਗੋਬਾ ਨਹੀਂ ਹੋਏਗਾ। ਸਿੱਖ ਅੱਜ ਸੁਚੇਤ ਹੋ ਗਿਆ ਹੈ। ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਅੱਜ ਪ੍ਰੈਕਟੀਕਲ ਜਾਮਾ ਪਾ ਲਿਆ ਖਾਲਸੇ ਨੇ। ਅੱਜ ਮੈਨੂੰ ਬੜੀ ਪ੍ਰਸੰਨਤਾ ਹੋਈ। ਪ੍ਰੈਕਟੀਕਲ ਜਾਮਾ। ਔਰ ਐਸੇ ਸਾਰੇ ਕਰਮ ਗੁਰੂ ਸਾਹਿਬ ਜੀ ਨੇ ਕੀਤੇ ਅਨੰਦਪੁਰ ਸਾਹਿਬ ਦੇ ਵਿੱਚ, ਜਿੱਥੇ ਪ੍ਰੈਕਟੀਕਲ ਸੀ ਸਾਰਾ। ਰਣਜੀਤ ਨਗਾਰਾ ਬਣਾਉਣਾ ਮੇਰੇ ਸਤਿਗੁਰੂ ਜੀ ਦੇ ਜੀਵਨ ਦਾ ਪ੍ਰੈਕਟੀਕਲ ਹੈ। ਗੁਰੂ ਸਾਹਿਬ ਜੀ ਨੇ ਆਪਣੇ ਸਿੱਖਾਂ ਦੇ ਅੰਦਰ ਇੱਕ ਕ੍ਰਾਂਤੀ ਖੜੀ ਕੀਤੀ। ਔਰ ਹਰ ਘਰ 'ਚ, ਗੁਰੂ ਘਰ 'ਚ ਨਗਾਰਾ ਹੋਣਾ ਚਾਹੀਦਾ। ਹਰ ਗੁਰੂ ਘਰ 'ਚ ਨਗਾਰਾ ਵੱਜਣਾ ਚਾਹੀਦਾ, ਕਿਉਂਕਿ ਇਹ ਅੰਦਰ ਦੀ ਕਿਰਿਆ ਵੀ ਹੈ, ਸੁਰਤ ਦਾ ਕੰਟੈਕਟ ਵੀ ਹੈ। ਇਹ ਅੰਦਰ ਚੜ੍ਹਦੀ ਕਲਾ ਦਾ ਕੰਟੈਕਟ ਵੀ ਹੈ। ਇਹ ਰੂਹਾਨੀਅਤ ਦੇ ਨਾਲ ਵੀ ਜੁੜਿਆ ਹੋਇਆ ਹੈ। ਔਰ ਇਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਨੇ ਹਰ ਇੱਕ ਪੱਖ ਨੂੰ ਪ੍ਰੈਕਟੀਕਲ ਰੂਪ ਦੇ ਕੇ, ਭਾਵੇਂ ਉਹ ਲੰਗਰਾਂ ਦੀ ਗੱਲ ਕਰ ਲਈਏ, ਸਤਿਗੁਰ ਲੰਗਰ ਆਪ ਜਾ ਕੇ ਚੈੱਕ ਕਰਦੇ ਨੇ, ਦੇਖਦੇ ਨੇ ਸਤਿਗੁਰ ਆਪ ਕਿ ਸੱਚੀ ਹੋਈ ਵੀ ਜਿਹੜੀ ਮਰਿਆਦਾ ਲੈ ਕੇ ਗੁਰੂ ਨਾਨਕ ਪਾਤਸ਼ਾਹ ਤੁਰੇ ਸਨ ਕਿ ਇੱਥੇ ਸਰਬ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ ਬਾਹਰਾ ਜਿਉ, ਕਿ ਉਸਦੇ ਉੱਤੇ ਪੈਰਾ ਹੁੰਦਾ। ਦਿੰਦੇ ਸਿੱਖ ਕਿ ਨਹੀਂ ਦਿੰਦੇ? ਦੇਖੋ, ਕਹਿਣੇ ਨੂੰ ਤਾਂ ਆਪਾਂ ਕਹੀ ਜਾਂਦੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਸਰਬ ਸਾਂਝੀ ਵਾਲ ਸਦਾਇਨ ਕਹੀ ਜਾਂਦੇ, ਸਭੈ ਘਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ। ਅਸੀਂ ਕਿਤਨੇ ਬਾਣੀ ਦੇ ਫਰਮਾਨ ਬੋਲ ਦਿੰਦੇ ਹਾਂ ਕਿ ਅਸੀਂ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਹਾਂ, ਪਰ ਪ੍ਰੈਕਟੀਕਲ 'ਚ ਕੀ ਹੈ ਸਾਡੇ ਕੋਲ? ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਲੰਗਰਾਂ 'ਚ ਭੇਖ ਬਦਲ ਕੇ ਜਾਣਾ, ਜਿਗਿਆਸੂ ਬਣ ਕੇ ਲੰਗਰਾਂ ਦੇ ਵਿੱਚ ਜਾ ਕੇ ਮੰਗ ਕਰਨੀ, ਕਹਿੰਨੂੰ ਮੈਨੂੰ ਭੁੱਖ ਲੱਗੀ ਹੈ, ਪ੍ਰਸਾਦਾ ਛਕਾ ਦਿਓ, ਮੈਂ ਯਾਤਰੂ ਹਾਂ, ਦੂਰੋਂ ਚੱਲ ਕੇ ਆਇਆ। ਤੇ ਜਦੋਂ ਯਾਤਰੂ ਸਮਝ ਕੇ ਕਿਸੇ ਨੇ ਕਹਿਣਾ ਵੀ ਅਜੇ ਲੰਗਰ ਤਿਆਰ ਨਹੀਂ ਹੈ, ਕਿਸੇ ਨੇ ਕਹਿਣਾ ਵੀ ਅਜੇ ਤਾਂ ਅਰਦਾਸਾ ਨਹੀਂ ਹੋਇਆ, ਕਿਸੇ ਨੇ ਕਹਿਤਾ ਵੀ ਸਾਡਾ ਤਾਂ ਲੰਗਰ ਸਮਾਪਤ ਹੋ ਗਿਆ, ਭਾਂਡੇ ਮੁੰਦੇ ਮਾਰ ਦਿੱਤੇ ਸਾਰੇ। ਔਰ ਸਤਿਗੁਰੂ ਜੀ ਨੇ ਅਗਲੇ ਦਿਨ ਆ ਕੇ ਉਸ ਦੀਵਾਨ ਵਿੱਚ ਜ਼ਿਕਰ ਕਰਕੇ ਇਹ ਗੱਲ ਸਾਰੀ ਦੱਸਣੀ ਕਿ ਰਾਤ ਐਸਾ ਹੋਇਆ। ਤੇ ਇੱਕ ਗੱਲ ਕਹਿ ਦੇਣੀ ਕਿ ਲੰਗਰ 'ਚ ਕੋਈ ਛਕਣ ਵਾਸਤੇ ਆਵੇ, ਤੁਸੀਂ ਸੰਗਤ ਨੂੰ ਮੋੜਦੇ ਹੋ ਤਾਂ ਸਮਝ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੋੜਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਸਾਰੇ ਰਾਹ ਦੇ ਲੰਗਰਾਂ 'ਚੋਂ ਮੁੜ ਕੇ ਆ ਗਏ। ਤੁਸੀਂ ਸੰਗਤ ਨਹੀਂ ਮੋੜ ਰਹੇ, ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮੋੜ ਰਹੇ, ਤੁਸੀਂ ਆਪਣੇ ਗੁਰੂ ਨੂੰ ਮੋੜ ਰਹੇ ਹੋ ਲੰਗਰਾਂ ਵਿੱਚ। ਐਡਾ ਉੱਚਾ ਰੁਤਬਾ ਗੁਰੂ ਸਾਹਿਬ ਜੀ ਨੇ ਖੜਾ ਕਰ ਦੇਣਾ। ਔਰ ਫਿਰ ਜੋ 1699 ਦੇ ਵਿੱਚ ਵਿਸਾਖੀ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਨੂੰ ਇੱਕ ਵੱਖਰੀ ਸੇਧ, ਇੱਕ ਵੱਖਰਾ ਵਿਚਾਰ ਪ੍ਰਗਟ ਕਰਕੇ ਲੋਕਾਂ ਦੇ ਅੰਦਰ ਇੱਕ ਵੱਖਰਾ ਰੂਪ ਸਰੂਪ ਕਾਇਮ ਕਰ ਦੇਣਾ। ਔਰ ਉਸ ਨੂੰ ਪੰਜ ਕਕਾਰੀ ਵਰਦੀ ਦੇ ਧਾਰਨੀ ਬਣਾ ਕੇ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਦੀ ਪਰਖ ਕੀਤੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਦੀ ਪਰਖ ਕੀਤੀ। ਇੱਕ ਔਰ ਪੰਜ 'ਚ ਕਦੀ ਫਰਕ ਸਮਝਣਾ। ਗੁਰੂ ਸਾਹਿਬ ਜੀ ਇੱਕ ਇੱਕ ਦੀ ਪਰਖ ਕਰਦੇ ਰਹੇ 9ਵੇਂ ਨਾਨਕ ਤੱਕ, ਪਰ 10ਵੇਂ ਪਾਤਸ਼ਾਹ ਪੰਜ ਦੀ, ਕਿਉਂਕਿ ਉਹ ਸਾਰਿਆਂ ਨੂੰ ਹੀ ਭਾਈ ਦਇਆ ਸਿੰਘ ਵੇਖਣਾ ਚਾਹੁੰਦੇ।
ਉਹ ਸਾਰਿਆਂ ਨੂੰ ਭਾਈ ਧਰਮ ਸਿੰਘ ਵੇਖਣਾ ਚਾਹੁੰਦੇ ਨੇ, ਉਹ ਸਾਰੇ ਸਿੱਖਾਂ ਨੂੰ ਭਾਈ ਹਿੰਮਤ ਸਿੰਘ ਵੇਖਣਾ ਚਾਹੁੰਦੇ ਨੇ, ਉਹ ਸਾਰੇ ਸਿੱਖਾਂ ਨੂੰ ਭਾਈ ਮੋਹਕਮ ਸਿੰਘ ਵੇਖਣਾ ਚਾਹੁੰਦੇ ਨੇ, ਉਹ ਸਾਰੇ ਸਿੱਖਾਂ ਨੂੰ ਭਾਈ ਸਾਹਿਬ ਸਿੰਘ ਵੇਖਣਾ ਚਾਹੁੰਦੇ ਨੇ। ਹਰ ਇੱਕ ਸਿੱਖ ਦੇ ਅੰਦਰ ਉਹ ਹੋਵੇ। ਹਰ ਇੱਕ ਮਾਈ ਨੂੰ ਮਾਤਾ ਸਾਹਿਬ ਕੌਰ ਦਾ ਜਾਇਆ ਵੇਖਣਾ ਚਾਹੁੰਦੇ ਆ, ਮਾਈ ਭਾਗੋ ਵੇਖਣਾ ਚਾਹੁੰਦੇ ਹਰ ਇੱਕ ਸਿੱਖ ਦੇ ਅੰਦਰ, ਮੇਰੇ ਸਤਿਗੁਰ ਹਰ ਇੱਕ ਭੈਣ ਦੇ ਅੰਦਰ, ਔਰ ਹਰ ਇੱਕ ਸਿੱਖ ਦੇ ਵਿੱਚ ਇਹ ਪੰਜ ਪਿਆਰੇ ਵੇਖਣਾ ਚਾਹੁੰਦੇ ਨੇ। ਖਾਲਸਾ ਪੰਥ ਸਾਜਿਆ ਸਤਿਗੁਰੂ ਜੀ ਨੇ, ਔਰ ਖਾਲਸਾ ਪੰਥ ਸਾਜ ਕੇ ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਇਹ ਹੁਕਮ ਕਰ ਦਿੱਤਾ ਕਿ ਇਹ ਰਹਿਤ, ਇਹ ਵਹਿਤ, ਇਹ ਨੇਮ, ਇਹ ਮਰਿਆਦਾ ਹੋਏਗੀ ਖਾਲਸੇ ਦੀ, ਔਰ ਇਸ ਮਰਿਆਦਾ ਦੇ ਅਸੀਂ ਧਾਰ ਨਹੀਂ ਹੋਣਾ। ਗੁਰੂ ਪਿਆਰ ਵਾਲਿਓ, ਇਤਿਹਾਸ ਦੇ ਬਹੁਤ ਸਾਰੇ ਪੱਖ ਨੇ, ਅਗਲੇ ਦੀਵਾਨਾਂ ਵਿੱਚ ਵਿਚਾਰਾਂਗੇ, ਕਿਉਂਕਿ ਅੱਜ ਸਮਾਂ ਹੋ ਗਿਆ। ਰਾਤ ਦੇ ਦੀਵਾਨਾਂ ਵਿੱਚ ਇੱਥੋਂ ਹੀ ਅੱਗੇ ਆਪਾਂ ਸ਼ੁਰੂ ਕਰਾਂਗੇ ਕਿ ਖਾਲਸੇ ਦੇ ਅੰਮ੍ਰਿਤ ਛਕਾਉਣ ਤੋਂ ਬਾਅਦ, ਸਿੱਖਾਂ ਨੂੰ ਇਹ ਰੂਹਾਨੀ ਜੀਵਨ ਬਖਸ਼ਣ ਤੋਂ ਬਾਅਦ ਮੇਰੇ ਸਤਿਗੁਰੂ ਜੀ ਨੇ ਜੋ ਕਿਰਪਾ ਕੀਤੀ, ਔਰ ਜੋ ਖਾਲਸੇ ਨੇ ਆਪਣੇ ਕਾਰਨਾਮੇ ਕੀਤੇ, ਉਹ ਜੋ ਅਸੀਂ ਸੋਚ ਕੇ ਹੈਰਾਨ ਹੋ ਜਾਂਦੇ ਹਾਂ ਕਿ ਕਿਸ ਤਰ੍ਹਾਂ ਉਹ ਸਮਾਂ ਆਇਆ ਕਿ ਜਦੋਂ ਬੀਬੀਆਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਾ ਕੇ ਗਲੇ ਵਿੱਚ ਹਾਰ ਪਵਾ ਲਏ। ਇਹ ਉਸ ਹੀ ਅੰਮ੍ਰਿਤ ਦੀ ਦਾਤ ਸੀ। ਉਹ ਵੀ ਸਮਾਂ ਆਇਆ ਕਿ ਜਦੋਂ ਸਿੱਖਾਂ ਨੇ ਆਪਣੇ ਜੀਵਨ ਦੇ ਵਿੱਚੋਂ ਇਹ ਕ੍ਰਾਂਤੀ ਦੇ ਬੋਲ ਪ੍ਰਗਟ ਕਰ ਦਿੱਤੇ, ਕਹਿੰਦੇ ਮੈਂ ਸੀਸ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ। ਇਹ ਗੱਲ ਪ੍ਰਗਟ ਕਰ ਦੇਣੀ ਕਿ ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜੋ ਜੋ ਮਨੂੰ ਵੜਦਾ ਸੀ ਦੂਣੇ ਚੋਣੇ ਹੋਏ। ਇਹ ਮੇਰੇ ਸਤਿਗੁਰ ਨੇ ਇਹ ਕ੍ਰਾਂਤੀ ਖੜੀ ਕੀਤੀ, ਮੇਰੇ ਸਤਿਗੁਰ ਨੇ ਵਿਚਾਰਧਾਰਾ ਪ੍ਰਗਟ ਕੀਤੀ। ਸੋ ਪਿਆਰ ਵਾਲਿਓ, ਅੱਜ ਹੋ ਗਿਆ ਸਮਾਂ ਸ਼ਾਮ ਦੇ ਦੀਵਾਨ ਵਿੱਚ ਇਸ ਦੇ ਅਗਲਾ ਜਿਹੜਾ ਪ੍ਰਸੰਗ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ, ਤੁਸੀਂ ਸਮਾਂ ਸਿਰ ਪਹੁੰਚ ਜਾਣਾ। ਆਪਾਂ ਯਤਨ ਕਰਾਂਗੇ ਕਿ ਇਸ ਪ੍ਰਸੰਗ ਨੂੰ, ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਇਹਨਾਂ ਦੋ ਦੀਵਾਨਾਂ ਵਿੱਚ ਸਮਝਣ ਦਾ ਯਤਨ ਕਰੀਏ, ਔਰ ਸਮਝ ਕੇ ਇਸ ਵਿਚਾਰਧਾਰਾ ਵਿੱਚ ਸਮਾਉਣ ਦਾ ਯਤਨ ਕਰੀਏ। ਕਿਉਂਕਿ ਸੁਣਨਾ ਉਹਦਾ ਲਾਭ ਤਾਂ ਹੈ ਜੇ ਮੰਨ ਲੈਣਾ, ਮੰਨਣਾ ਉਹਦਾ ਲਾਭ ਤਾਂ ਹੈ ਜੇ ਕਮਾ ਲੈਣਾ, ਤੇ ਕਮਾਉਣ ਦਾ ਲਾਭ ਤਾਂ ਹੈ ਜੇ ਹੰਡਾ ਲੈਣਾ, ਤੇ ਹੰਡਾਉਣ ਦਾ ਲਾਭ ਤਾਂ ਹੈ ਜੇ ਉਹਦਾ ਆਨੰਦ ਮਾਣ ਲੈਣਾ। ਇਹ ਕਿਰਿਆ ਹੈ ਸਿੱਖੀ ਦੀ। ਇਹ ਪੰਜ ਕਿਰਿਆਵਾਂ ਵਿੱਚੋਂ ਸਿੱਖੀ ਨਿਕਲੀ ਹੈ। ਪਹਿਲਾਂ ਸੁਣਨਾ, ਫਿਰ ਮੰਨਣਾ, ਫਿਰ ਕਮਾਉਣਾ, ਫਿਰ ਹੰਡਾਉਣਾ, ਫਿਰ ਹੈ ਆਨੰਦ। ਖਾਲਸੇ ਨੂੰ ਅਨੰਦਪੁਰ ਦਾ ਵਾਸੀ ਨਹੀਂ ਬਣਾਇਆ, ਖਾਲਸੇ ਨੂੰ ਕਿਹਾ ਵੀ ਤੂੰ ਹਰ ਵੇਲੇ ਆਨੰਦ ਵਿੱਚ ਰਵੇਂ, ਤੂੰ ਚੜ੍ਹਦੀ ਕਲਾ ਵਿੱਚ ਰਵੇਂ। ਅਸੀਂ ਰੋਜ਼ ਕਹਿੰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ। ਅਸੀਂ ਸਰਬਤ ਦਾ ਭਲਾ ਕਰ ਤਾਂ ਸਕਾਂਗੇ ਜੇ ਆਪ ਆਨੰਦ ਵਿੱਚ ਰਵਾਂਗੇ। ਕਿਉਂਕਿ ਜਿਸ ਦੀ ਜ਼ਿੰਦਗੀ 'ਚ ਆਨੰਦ ਹੈ ਉਹ ਸਰਬਤ ਦਾ ਭਲਾ ਕਰੇਗਾ, ਮੰਗੇਗਾ। ਪਰ ਜਿਹੜੇ ਜ਼ਿੰਦਗੀ 'ਚ ਆਪ ਹੀ ਈਰਖਾ ਭਰੀ ਹੋਈ ਹੈ, ਨਫ਼ਰਤ ਤੇ ਸਾੜਾ ਭਰਿਆ ਹੋਇਆ, ਉਹ ਕਿਹਦਾ ਨਾ ਭਲਾ ਕਰ ਸਕਦਾ, ਨਾ ਭਲਾ ਮੰਗ ਸਕਦਾ। ਸੋ ਅੱਜ ਦੇ ਦੀਵਾਨ 'ਚ ਇਤਨੀਆਂ ਕੁ ਬੇਨਤੀਆਂ ਪ੍ਰਵਾਨ। ਸਾਰਿਆਂ ਦਾ ਧੰਨਵਾਦ ਜੀ ਆਇਆਂ ਨੂੰ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਗੁਰੂ ਕੇ ਬਚਨ ਹਿਰਦੇ 'ਚ ਵਸਾ ਲੈਣਾ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ ਪ੍ਰਗਟ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸਰਬਸੰਸ ਦਾਨੀ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਸਰਬ ਸੰਗਤ ਨੂੰ ਲੱਖ ਲੱਖ ਵਧਾਈ। ਰਵਾਇਤ ਦੇ ਤੌਰ ਤੇ ਅਸੀਂ ਅੱਜ ਗੁਰਦੁਆਰਾ ਸਾਹਿਬ ਵਿੱਚ ਗੁਰਪੁਰਬ ਮਨਾ ਰਹੇ ਹਾਂ, ਜੋ ਕਿ ਹਰ ਵਾਰ ਦੀ ਤਰ੍ਹਾਂ ਜੋ ਸੇਵਾਵਾਂ ਲੈਂਦੇ ਹਨ ਉਹਨਾਂ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਰੂਪਾਓ ਦਿੱਤਾ ਜਾਂਦਾ ਹੈ। ਮੈਂ ਬੇਨਤੀ ਕਰਾਂਗਾ ਮਨਿੰਦਰ ਸਿੰਘ ਜੀ, ਜਿਨ੍ਹਾਂ ਨੇ ਅਖੰਡ ਪਾਠ ਦੀ ਸੇਵਾ ਲਿੱਤੀ ਹੈ, ਮਨਿੰਦਰ ਸਿੰਘ ਜੀ ਅਗਰ ਉਹ ਹੈਗੇ ਨੇ ਤੇ ਸਟੇਜ ਤੇ ਆ ਜਾਣ। ਮਨਿੰਦਰ ਸਿੰਘ ਜੀ, ਗੁਰੂ ਮਹਾਰਾਜ ਦੀ ਬਖਸ਼ਿਸ਼ ਸਰੂਪਾਓ ਉਹਨਾਂ ਨੂੰ ਦਿੱਤਾ ਜਾਣਾ ਹੈ ਕਮੇਟੀ ਵੱਲੋਂ। ਮੈਂ ਸਾਡੇ ਸਾਬਕਾ ਪ੍ਰਧਾਨ ਗੁਰਦਰਸ਼ਨ ਸਿੰਘ ਜੀ ਨੂੰ ਕਹਾਂਗਾ ਕਿ ਉਹਨਾਂ ਨੂੰ ਸਰੂਪਾਓ ਦੀ ਸੇਵਾ ਗੁਰੂ ਮਹਾਰਾਜ